से दिसन नित खड़िया रत्न जवेहर मान लाल हार कंठ तना जड़िया नानक वंश धूड़ तैन प्रभ सरनी दर पड़िया मंगिर प्रभ आराधना बाहर नजर मिड़िया नानक वंश धूड़ तैन प्रभ सरनी दर पड़िया मंगिर प्रभ आराधना बाहर नजर मिड़िया मंगर माहे सुहंदिया हर पिर संग बैठड़िया। वाहिगुरु जी का खालसा वाहिगुरु जी की फतेह। परम सत्कार योग गुरु खालसा साध संगत जीओ, जो आप सतगुरु साहिबान ने संसार के उधार वास्ते परम पवित्र उपदेशों की बख्शिश की है, वो सारे उपदेश के संग्रह नूं इकत्तरता नूं लिखी हुई गुरबाणी स्वरूप नूं श्री गुरु ग्रंथ साहिब कहा जाता है। उन्हां उपदेशां सिक्ख्या नाल ही सतगुरु साहिब जी ने जो ये व्यक्तिगत स्वरूप धारण किया है, हाँ वाहिगुरु परमेश्वर अंतरजामी ने ते उदों भी उपदेश सिक्ख्या द्वारा ही उधार हुंदा रहा है, ते वही उपदेश जो सतगुरु साहिब जी दे वो लिखे हुए हुण तक मौजूद हैं, प्राप्त हैं, प्रत्यक्ष हैं साडे सामने। वो लिखिया हुए उपदेशों के ताई अखरां अखरी रूप दे विच जिवें सतगुरु साहिब जी का वचन है श्री जपजी साहिब जी के अंदर 19वीं पौड़ी च अखरी नाम अखरी सालाह अखरी ज्ञान गीत गुणगाह अखरी लिखन बोलन बाण अखरा सिर संजोग बखान। ये जो कुछ है वे वाहिगुरु परमेश्वर का नाम है। एक तो वो अखर हैं जिहड़े उन्होंने आकार चिन्ह हैं, उन्हों तो जैसा रचनहार ने उन्होंने अखरां नूं रचनहार ने अपने मन विच भाव धार के वो उकरिया है, अंकित किया है, उस तरह दे उन्हां तो वो भाव समझे जाते हैं। पर जिहड़ा कोई उन्हां लिखती अखरां दा जाणू होवे, उन्हां नूं समझदा होवे, वक्खो वक्खरियां भाषा वक्खो वक्खरियां उन्हां दे लिखतां हैं या लिपियां कह दिओ, ते जे नहीं कोई जानदा ओहदा कोई उन्हूं इतना बोध नहीं हो सकता। रहो विचार ते दूसरा है वक्खो वक्खरे देशां अनुसार वक्खो वक्खरियां बोलियां हैं। जैसा श्री जपजी साहिब जी के अंदर ही सतगुरु नानक साहिब जी के वचन हैं चौथी पौड़ी विच, जो गुरु नानक साहिब जी के श्री जपजी साहिब जी के अंदर वचन हैं
ਉਹ ਬਹੁਤ ਸੂਤਰ ਰੂਪ ਹਨ, ਜਿਨ੍ਹਾਂ ਤੋਂ ਸੰਸਾਰਿਕ ਰੀਤੀ ਦਾ ਵੀ ਭਾਸ਼ ਪੈਂਦਾ ਹੈ, ਗੱਲ ਪ੍ਰਗਟ ਹੁੰਦੀ ਹੈ, ਅਤੇ ਪਰਮਾਰਥ ਦੀ ਵੀ ਉਸ ਦੇ ਵਿੱਚ ਇਹ ਵਿਚਾਰ ਰੱਖੀ ਹੋਈ ਹੈ। ਜੈਸਾ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਵ ਅਪਾਰ। ਕਿ ਸੱਚਾ ਹੈ ਉਹ ਵਾਹਿਗੁਰੂ ਸਾਹਿਬ। ਸਾਹਿਬ ਇੱਕ ਸਤਿਕਾਰਯੋਗ ਬਚਨ ਹੈ, ਤੇ ਮਾਲਿਕ ਦਾ ਵੀ ਉਹ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ ਹੈ। ਇਹ ਸੱਚਾ ਹੁੰਦਾ ਹੈ ਜਿਹੜਾ ਹਰ ਸਮੇਂ ਵਿੱਚ ਹੀ ਹੋਵੇ, ਪਹਿਲਾਂ ਵੀ ਹੋਵੇ, ਹੁਣ ਵੀ ਹੋਵੇ, ਅੱਗੇ ਨੂੰ ਵੀ ਹੋਵੇ, ਮੱਧਕਾਲ ਵਿੱਚ ਵੀ ਹੋਵੇ, ਉਹਨੂੰ ਸੱਚਾ ਕਿਹਾ ਜਾਂਦਾ ਹੈ। ਆਮ ਸੰਸਾਰਿਕ ਵਿਵਹਾਰਿਕ ਦ੍ਰਿਸ਼ਟੀ ਦੇ ਨਾਲ ਜਿੰਨੇ ਜਿੰਨੇ ਕਿਸੇ ਦੀ ਵਸਤੂ ਦੀ ਸਥਿਰਤਾ ਹੈ ਔਰ ਪ੍ਰਤੀਤੀ ਹੈ, ਉਹਨੂੰ ਵੀ ਸੱਚਾ ਕਿਹਾ ਜਾਂਦਾ ਹੈ, ਸੱਚੀ ਕਿਹਾ ਜਾਂਦਾ ਹੈ। ਇੱਕ ਜਿਹੜੀ ਚੀਜ਼ ਜਮਾਂ ਹੀ ਹੈ ਹੀ ਜਿਸ ਦੀ ਹੋਂਦ ਨਹੀਂ ਹੈ, ਉਸ ਨੂੰ ਅਸੱਤ ਕਿਹਾ ਜਾਂਦਾ ਹੈ, ਝੂਠ ਕਿਹਾ ਜਾਂਦਾ ਹੈ। ਇਹ ਵੀ ਸੱਚ ਦੇ ਨਿਰਣੇ ਜੋ ਸਾਧ ਸੰਗਤ ਕਰਦੇ ਆ, ਉਹਨਾਂ ਦੇ ਵਿਚਾਰ ਗੋਚਰ ਹੋਣੇ ਚਾਹੀਦੇ ਹੈ। ਜੈਸੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਗੱਲ ਅੰਦਰ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਹੋਏ। ਇਹ ਝੂਠ ਦੀ ਵੀ ਵਿਚਾਰ ਹੈ ਤੇ ਸੱਚ ਦੀ ਵੀ ਵਿਚਾਰ ਹੈ ਉੱਥੇ। ਇਸ ਕਰਕੇ ਜੇ ਤਾਂ ਸਧਾਰਨ ਜਿਹੀ ਬਿਰਤੀ ਦੇ ਨਾਲ ਸ਼ਬਦ ਦੇ, ਜਿਵੇਂ ਆਪਣੀ ਸੁਰਤ ਹੈ, ਇਹ ਹੁਣ ਬਿਰਤੀ ਸਮਝਣ ਵਾਸਤੇ ਮੈਂ ਕਹਿ ਰਿਹਾ। ਕਿਉਂਕਿ ਇੱਥੇ ਤਾਂ ਆਪਣੇ ਆਮ ਸੰਸਾਰ ਦੇ ਵਿੱਚ ਤਾਂ ਇਹ ਕਹਿੰਦੀ ਤੇਰੀ ਸੁਰਤੀ ਬਿਰਤੀ ਠੀਕ ਹੈ, ਉਹ ਬਿਰਤੀ ਵੀ ਉਹ ਤਾਂ ਸਾਰਿਆਂ ਦੀ ਵਰਤੋਂ ਚਾਹੁੰਦੀ ਹੈ, ਬੋਲਦੇ ਵੀ ਹੈ, ਸਮਝਦੇ ਵੀ ਹੈ, ਪਰ ਉਸ ਦਾ ਜਿਹੜਾ ਨਿਰਣਾ ਆਪ ਹੋਣਾ ਇਹ ਵੀ ਕਠਿਨ ਹੈ। ਜਿਸ ਤਰ੍ਹਾਂ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਅੰਤਰ ਹੀ ਵਸਦਾ ਹੈ, ਪਹਿਲਾਂ ਤਾਂ ਉਸ ਦਾ ਸਮਝਣਾ ਹੀ ਕਠਿਨ ਹੈ ਵੀ ਉਹ ਕਿਹਾ ਜਿਹਾ ਹੈ, ਕਿਸ ਤਰ੍ਹਾਂ ਵਸਦਾ ਹੈ। ਇਸ ਤਰ੍ਹਾਂ ਹੀ ਜਿਹੜੀ ਇਹ ਬਿਰਤੀ ਹੈ, ਹਿਰਦੇ ਦੀ ਜਿਹੜੀ ਅੱਗੇ ਗਿਆਨ ਕਰਾਉਣ ਵਾਲੀ ਸੂਖਮ ਵਸਤੂ ਹੈ, ਉਹਨੂੰ ਬਿਰਤੀ ਕਿਹਾ ਜਾਂਦਾ ਹੈ। ਇਹ ਵੀ ਥੋੜ੍ਹਾ ਜਿਹਾ ਜਦੋਂ ਆਪਣਾ ਮਨ ਬੁੱਧ ਇੱਧਰ ਲਾਓਗੇ ਵੀ ਕੀ ਹੋਈ, ਵੈਸੀ ਚੀਜ਼ ਤਾਂ ਕੋਈ ਉਹ ਰੂਪ ਰੰਗ ਵਾਲੀ ਤਾਂ ਹੈ ਨਹੀਂ। ਇਸ ਤਰ੍ਹਾਂ ਹੀ ਆਪਣੇ ਫਿਰ ਉਸ ਦਾ ਜਿਹੜੇ ਹੋਰ ਗੰਭੀਰ ਡੂੰਘੀਆਂ ਖੋਜਾਂ ਤੇ ਅੱਗੇ
ਇਸ ਪਾਸੇ ਲੱਗੇ ਜਾਂ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੂਝ ਦਿੱਤੀ ਹੈ, ਉਹ ਫਿਰ ਉਹਦੇ ਖੋਲ ਕੇ ਵਿਚਾਰ ਦੱਸਦੇ ਨੇ, ਜਿਨ੍ਹਾਂ ਨੂੰ ਅਸੀਂ ਲਕਸ਼ਣ ਕਹਿੰਦੇ ਹਾਂ। जैसे आजकल आम प्रसिद्ध हो गया अंग्रेजी के इसकी की डेफिनेशन है। जिसनों ਅਸੀਂ अपनी पंजाबी ਦੇ ਵਿੱਚ ठीक निर्णय कह ਸਕਦੇ, इसका की निर्णय है। पर ਉਹਦਾ बल ज़्यादा पै गया अजकल संसार के उत्ते, इस करके ਜਿਹੜੇ ਇੰਗਲਿਸ਼ ਦੇ ਸ਼ਬਦ ਨੇ ਉਹ ਬਹੁਤ ਵਰਤੋਂ ਵਿੱਚ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਵੀ ਸਾਰਿਆਂ ਤੱਕ ਉਹੀ ਪ੍ਰਵਿਰਤ ਹੋ ਹੀ ਜਾਂਦੇ ਨੇ। ਚਲੋ ਸਮਝਣ ਦੀ ਵਾਸਤੇ ਹੀ ਹੈ, ਜਿਹੜੀ ਬੋਲੀ ਕੀ ਹੈ ਬੋਲ ਕੇ ਕਿਹਾ ਜਾਏ, ਸਿੱਧਾ ਹੀ ਬੋਲ ਕੇ ਕੋਈ ਚੀਜ਼ ਹੈ ਤਾਂ ਬਹੁਤ ਸਥੂਲ ਰੂਪ ਦੇ ਵਿੱਚ ਸਮਝਣ ਦੀ ਗੱਲ ਹੋਈ। ਨਹੀਂ ਤਾਂ ਜੇ ਅੱਗੇ ਵਿਦਵਤਾ ਦੇ ਨਾਲ ਸੂਖਮ ਢੰਗ ਦੇ ਨਾਲ ਫਿਰ ਉਸਦੇ ਕੁਛ ਹੋਰ ਲੱਛਣ ਹੁੰਦੇ ਨੇ। ਤੋ ਇੱਕ ਇਹ ਬਿਰਤੀ ਵੀ ਹੈ, ਇੱਕ ਸ਼ਬਦ ਬਿਰਤੀ ਵੀ ਹੈ। ਇਹ ਸਾਡੀ ਜਿਹੜੀ ਬਿਰਤੀ ਹੈ, ਸੁਰਤ ਹੈ, ਇਸ ਦੇ ਨਾਲ ਤਾਂ ਵਸਤੂਆਂ ਦਾ, ਬਾਹਰਲੀਆਂ ਦਾ ਤੇ ਅੰਦਰਲੀਆਂ ਦਾ ਗਿਆਨ ਹੁੰਦਾ ਹੈ। ਤੇ ਜਿਹੜੀ ਸ਼ਬਦ ਦੀ ਬਿਰਤੀ ਹੈ, ਉਸ ਦੇ ਨਾਲ ਸ਼ਬਦ ਦਾ ਬੋਧ ਹੁੰਦਾ ਹੈ, ਇਸ ਦਾ ਕੀ ਮਤਲਬ ਹੈ। ਅਰਥ ਦਾ ਜਿਹੜੀ ਉਹ एक शक्ति वृत्ति है, दूसरी लक्षणा वृत्ति है। लक्षणा शक्ति वृत्ति तो इको ही है। एक चीज जिसका कोई नाम रखा होया है, नाम किन रखे है, ये भी जो विचार करोगे अपने मन विच या बुद्ध विच, कि ਜਿਹੜੇ ਨਾਂ ਅਸੀਂ ਬੋਲਦੇ ਹਾਂ, ਸਰੀਰ ਹੈ, ਅੱਖਾਂ ਆ, ਹੋਰ ਹੈ, ਵਸਤਰ ਹੈ, ਉਹਨਾਂ ਨੇ ਵੱਖੋ ਵੱਖਰੇ ਨਾਂ ਕਿਨ ਰੱਖ ਦਿੱਤੇ। ਵੇਦੋਗੇ ਤੇ ਆਦਮੀਆਂ ਨੇ ਰੱਖ ਦਿੱਤੇ ਹੈ, ਉਹਨਾਂ ਨੇ ਜਾਂ ਹੋਰ ਚੀਜ਼ ਹੈ, ਤੇ ਆਦਮੀਆਂ ਨੇ ਕਿਵੇਂ ਰੱਖ ਦਿੱਤੇ, ਇਕੱਠੇ ਹੋ ਕੇ ਉਹ ਨਾਂ ਰੱਖ ਦਿੱਤਾ ਵੀ ਇਹ ਤਾਂ ਐਸਾ ਹੀ ਹੋਵੇ, ਜਾਂ ਕੁਛ ਨੇ ਮਿਲ ਕੇ ਰੱਖ ਦਿੱਤੇ। ਇਸ ਕਰਕੇ ਐਸੀਆਂ ਵਿਚਾਰਾਂ ਜਿਹੜੀਆਂ ਨੇ ਅਸਚਰਜ ਹੈ, ਸੰਸਾਰ ਵੀ ਅਸਚਰਜ ਹੈ, ਇੱਕ ਇੱਕ ਵਿਅਕਤੀ ਵੀ ਅਸਚਰਜ ਹੈ। ਜੇ ਉਸ ਦਾ ਵਰਣਨ ਕਰੀਏ ਤੇ ਨਹੀਂ ਤਾਂ ਸਹਿਜੇ ਆਮ ਸਮਝ ਕੇ ਆਪਣਾ ਕੰਮ ਸਿੱਧ ਤਾਂ ਕਰੀ ਜਾਂਦੇ। ਸੋ ਇਹ ਨਿਬੜਦੀ ਗੱਲ ਵੀ ਇਹ ਜਿੰਨੀ ਵੀ ਅਸਰ ਚੀਜ਼ ਹੈ, ਇਹ ਵਾਹਿਗੁਰੂ ਤੋਂ ਆਈ ਹੈ। ਕਹਿੰਦੇ ਲੋਕਾਂ ਨੇ ਰੱਖੇ, ਲੋਕਾਂ ਨੇ ਬੁੱਧੀ ਨਾਲ ਹੀ ਰੱਖਿਆ। ਬੁੱਧੀ ਕਿਹਦੀ ਬਣਾਈ ਹੋਈ ਹੈ, ਜੋ ਉਸਦੇ ਅੰਦਰ ਸਮਝ ਰੱਖੀ ਹੋਈ ਹੈ। ਇਸ ਕਰਕੇ ਉਹ ਆਪਣੀ ਇਸ ਹਉਮੈ ਨੂੰ ਦੂਰ ਕਰਕੇ ਵਿਚਾਰੇ ਵੀ ਇਸ ਗੱਲ ਨੂੰ ਸਫੁਰਨ ਕਿਨ ਕਰਾਇਆ ਅੰਦਰ। ਪਹਿਲਾਂ ਇਸ ਕਰਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਇੱਕ ਜਿਹੜੀ ਬਾਣੀ ਹੈ, ਜਪਜੀ ਸਾਹਿਬ ਹੈ, ਬਹੁਤ ਉਸਦੇ ਵਿੱਚ ਡੂੰਘੇ ਆਸ਼ੇ ਹਨ। ਡੂੰਘੇ ਆਸ਼ਿਆਂ ਨੂੰ ਅਸੀਂ ਨਹੀਂ ਛੇਤੀ ਸਮਝ ਸਕਦੇ, ਜਿੰਨਾ ਚਿਰ ਬਾਹਰਲੀਆਂ ਗੱਲਾਂ ਨੂੰ, ਜੇ ਸੰਸਾਰ ਦੀਆਂ ਚੀਜ਼ਾਂ ਨੂੰ ਹੀ, ਉਹਦੀ ਵਿਚਾਰ ਨੂੰ ਨਹੀਂ ਸਮਝਦੇ,
ਤੇ ਅੰਦਰਲੀ ਵਿਚਾਰ ਨੂੰ ਤਾਂ ਕੀ ਸਮਝਣਾ ਹੈ, ਜਿਸਦਾ ਕੋਈ ਰੂਪ ਰੰਗ ਰੇਖ ਹੀ ਨਹੀਂ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਉਹ ਅਚਰਜ ਹੈ। ਸਾਰੀ ਜਿੰਨੀ ਅਚਰਜ ਚੀਜ਼ ਆਈ ਹੈ ਉਸ ਦੇ ਛਾਇਆ ਤੋਂ ਆਈ, ਉਸ ਦੇ ਪ੍ਰਭਾਵ ਤੋਂ ਆਈ, ਉਸ ਦੇ ਅਕਸ਼ ਤੋਂ ਆਈ ਹੈ। ਪਹਿਲਾਂ ਤੇ ਨਾਮ ਰੂਪ ਜੇ ਤਾਂ ਇਸੇ ਵਿਚਾਰ ਨੂੰ ਲਈਏ ਤਾਂ ਬਹੁਤ ਵਿਸਥਾਰ ਵਾਲੀ ਅੱਗੇ ਤੋਂ ਅੱਗੇ ਲੇਖ ਬਣ ਜਾਂਦੇ ਹੈ। ਤੋ ਸਹਿਜੇ ਹੀ ਜਿਹੜਾ ਅਖਰੀ ਨਾਮ ਅਖਰੀ ਸਲਾਹ ਤੇ ਸਹਿਜੇ ਹੀ ਇਸ ਤੋਂ ਬਈ ਉਹ ਵਾਹਿਗੁਰੂ ਪਰਮੇਸ਼ਰ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਪਹਿਲਾਂ ਇਸ ਆਸ਼ੇ ਨੂੰ ਦਰਸਾਇਆ ਹੈ ਵੀ ਇਹ ਰਚਨਾ ਕਿੱਥੋਂ ਰਚੀ ਗਈ। ਇਹਨੂੰ ਸਹੀ ਦੱਸਣ ਵਾਲਾ ਕੌਣ ਹੈ? ਬਲਿਹਾਰੀ ਗੁਰੂ ਆਪਣੇ ਦਿਵਹਾੜੀ ਸਦਵਾਰ। ਹੁਣ ਮਾਰਸ ਨੂੰ ਵੀ, ਵਿਵਹਾਰ ਨੂੰ ਵੀ, ਅਨਾਤਮਾ ਨੂੰ ਵੀ, ਆਤਮਾ ਨੂੰ ਵੀ, ਸੱਚ ਨੂੰ ਵੀ, ਝੂਠ ਨੂੰ ਵੀ ਉਹ ਸਤਿਗੁਰੂ ਦੱਸੇਗਾ। ਸਤਿਗੁਰੂ ਵੀ ਗੁਰਮਤਿ ਦੇ ਅਨੁਸਾਰ ਹੋਰਾਂ ਨੇ ਬਹੁਤ ਮੰਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਜੈਸੇ ਕੱਲ ਸਤਿਗੁਰੂ ਪਦ ਦੀ ਵਿਚਾਰ ਹੋ ਚੁੱਕੀ ਹੈ ਕਿ ਪਰਮੇਸ਼ਰ ਤੋਂ ਬਿਨਾਂ ਕੋਈ ਸਤਿਗੁਰੂ ਹੈ, ਉਹ ਨਿਰਣਾ ਹੋ ਚੁੱਕਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ ਨਾਨਕ ਪਦ ਦਾ ਵੀ ਨਿਰਣਾ ਹੋ ਚੁੱਕਾ ਹੈ। ਵਿਆਕਰਨਿਕ ਔਰ ਕੋਸ਼ ਅਨੁਸਾਰ ਇੱਕ ਅਰਥ ਉਸਦਾ ਸੁਖੈਨ ਰਹਿ ਗਿਆ ਸੀ, ਉਹ ਵੇ ਨਾਨਕੰ ਜਸਮਨ ਵਿਦਿਤ ਸਾ ਨਾਨਕਾ। ਇਹ ਤਾਂ ਪੁਰਾਣੀ ਭਾਸ਼ਾ ਹੈ, ਪ੍ਰਾਕਿਰਤੀ ਜਾਂ ਦੂਸਰੀ ਸੁਵਾੜਾ ਇਹ ਹੈ ਨਾ ਅਨਕ। ਉਹ ਭਾਈ ਸਾਹਿਬ ਸੰਜੋਗ ਸਿੰਘ ਨੇ ਕਿਹਾ, ਉਹਦੇ ਕਾਵਿ ਰਚਨਾ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ ਹੈ ਅਨਕ। ਅਨਕ ਤੇ ਨਾ ਦਾ ਅਰਥ ਨਹੀਂ ਹੈ ਅਨਕ ਦਾ, ਅਨਕ ਅਨੇਕਤਾ। ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਜਿਹੜਾ ਅਨੇਕਤਾਈ ਤੋਂ ਰਹਿਤ ਇੱਕ ਸਰੂਪ ਹੈ ਪਰਮੇਸ਼ਰ, ਉਹ ਗੁਰੂ ਨਾਨਕ ਸਾਹਿਬ ਕਹਾਉਂਦਾ ਹੈ। ਉਸਨੇ ਉਸਦਾ ਸਰੂਪ ਤਾਂ ਬਹੁਤ ਵਿਸ਼ਾਲ ਹੈ। ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਪੁਨ ਵੇਦ ਗ੍ਰੰਥ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸਿਸ਼ ਨਿਹਾਲ ਕਰੀ। ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜਨ ਮਾਹਿ ਧਰੀ। ਉਹ ਗੁਰ ਜੋਤੀ ਸਰੂਪ ਹੈ। ਤੇ ਖਾਲਸੇ ਨੂੰ ਉਪਦੇਸ਼ ਦਿੱਤਾ, ਸਮਝਣਾ ਚਾਹੀਦਾ ਜੋਤੀ ਕੀ ਹੈ। ਉਸ ਦਾ ਜੋਤ ਦਾ ਧਿਆਨ ਕਰਨਾ ਹੈ। ਜਾਗਤ ਜੋਤ ਜਪੈ ਨਿਸਬਾਸਰ ਏਕ, ਬਿਨਾ ਮਨ ਨੈਕ ਨਾ ਆਨੈ। ਅਖੀਰ ਦੀ ਪੰਕਤੀ ਤੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ। ਇਹ ਖਾਲਸੇ ਦੀ ਵਿਚਾਰ ਦਾ ਸਥਿਤੀ ਹੈ। ਤੇ ਜੇ ਖਾਲਸੇ ਦੀ ਵਿਚਾਰ ਕਰੋਗੇ ਅੱਗੇ ਤੋਂ ਅੱਗੇ ਤੇ ਪੂਰਨ ਤੌਰ ਤੇ ਵਾਸਤਵ ਰੂਪ ਤੇ, ਫਿਰ ਇੱਕ ਵਾਹਿਗੁਰੂ ਹੀ ਖਾਲਸਾ ਹੈ, ਹੋਰ ਖਾਲਸਾ ਹੈ ਨਹੀਂ। ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਨਿਰਮਲ ਪਦ ਦੇ ਨਾਲ ਇਸ ਦਾ ਜ਼ਿਕਰ ਕਰਦਿਆਂ ਹੋਇਆ ਕਿ ਸਾਰੇ ਬ੍ਰਹਿਮੰਡ ਵੀ ਮੈਲੇ ਹੈ। ਮੈਲੀ ਚੀਜ਼ ਜਿਹੜੀ ਖਾਲਸ ਮੈਲ ਨਾ ਹੋਵੇ, ਜਿਸ ਵਿੱਚ
ਹੋਰ ਵੀ ਚੀਜ਼ਾਂ ਸਭ ਜਿੰਨੀਆਂ ਇਹ ਮੈਲੀਆਂ, ਇੱਕ ਹਰ ਨਿਰਮਲ। ਮੈਲਾ ਮਲਚਾ ਇਹ ਸੰਸਾਰ, ਮੈਲ ਦੇ ਨਾਲ ਮਲੀਨ ਹੋਇਆ ਹੋਇਆ, ਅਸ਼ੁੱਧ ਹੋਇਆ ਹੋਇਆ ਇਹ ਸੰਸਾਰ ਹੈ। ਕਿ ਮੈਲ ਦੇ ਵਿੱਚ ਕੀ ਹੋਈ ਹੈ, ਇੱਕ ਇੱਕ ਵਿਅਸ਼ਟੀ ਭੇਦ ਦੇ ਨਾਲ ਅਵਿਦਿਆ ਦੀ ਮੈਲ ਹੈ, ਔਰ ਸਮਸ਼ਟੀ ਤੌਰ ਦੇ ਉੱਤੇ ਹਿਰਣਗਰਭ ਅਭਿਆਕਰਤ ਆਦਿਕ ਵੀ ਮਾਇਆ ਦੀ ਉਪਾਧੀ ਹੋਣੇ ਕਰਕੇ ਉਹ ਮੈਲ ਹੈ। ਇਸ ਕਰਕੇ ਕੋਈ ਵੀ ऐसा नहीं है। और शुद्ध बोध करने वास्ते, सुखाड़ा समझने वास्ते जैसी ये होगी भी गुरु महाराज शुद्ध स्वरूप और गुरमुख जड़े ने वो शुद्ध व्यक्ति करके या ये गुणा दे त्रैगुण त्रै शरीर भेद करके कोई भी निर्मल नहीं है। इस करके जिथे निर्मल पद आएगा, जो उसका निर्णय होने लगा अखीर ते जाके वो शुद्ध स्वरूप दे विच ही, जिसका क्या रूप न रेख न रंग किश त्रिगुण ते प्रभु भिन्न तिसे बुझाए नानका जिस होवै सो प्रसन्न। वही है एक हर निर्मल जाका अंत न पारा पारावार, यही शुद्ध स्वरूप है। कि आम संसार ये भी खालसा वो भी खालसा, दुकाना ते भी खालसा वो भी खालसा, खालिस ही खालिस है। हमें खालसा तुम्हें खालसा वो खालसा, फिरता हो भी खालिस ना फिर हो ही जाएंगे। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਪ੍ਰਾਰੰਭ ਕਰਦਿਆਂ ਹੋਇਆ ਵੀ ਗੁਰੂ ਦਾ ਪਹਿਲਾਂ ਕਿਹਾ ਹੈ, ਫਿਰ ਠੱਗੀ ਮਾਰਨ ਵਾਲੇ ਵੀ ਗੁਰੂ ਨੇ ਉਹ ਵੀ ਦੱਸ ਦਿੱਤਾ ਵੀ ਇਹ ਵੀ ਜ਼ਿਕਰ ਆਊਗਾ ਆਸਾ ਦੀ ਵਾਰ 'ਚ। ਪਹਿਲੀ ਪੌੜੀ ਦੇ ਆਰੰਭ ਦੇ ਵਿੱਚ ਹੀ ਸਾਵਧਾਨ ਹੋ ਕੇ ਚੱਲੋ। ਬਲਿਹਾਰੀ ਗੁਰੂ ਆਪਣੇ, गुरु नानक साहब जी जिहड़ा साडा अपना गुरु है, गुरु नानक साहब ने साडा गुरु परमेश्वर है। अपरंपर पारब्रह्म परमेश्वर नानक गुरु मिलिया सोई जी। असीं उहदे सिख हां। सतगुरु नानक भगत करी एक मन, तन मन धन गोबिंद दी, उहदे दास हां। इसे दसों स्वरूपां दा यही सिद्धांत है। दसवें स्वरूप दे विच भी फिर आप अब मैं अपनी कथा बखानो, ये ओ वाहिगुरु परमेश्वर जे वेद किताब न भेद रखियो सोई गुरु गुर मोहे बतायो। गुरु तेग बहादुर साहब ने, गुरु नानक साहब जी ने जिहड़ा वेद किताबां ने भेद कहंदे ओही गुरु है। सो ये आपी ने आप साजियो, आपी ने रचियो नाओ। अपने आप तो ही उसने अपनी विचार इच्छा के अनुसार संसार नूं रचिया, ते नाम ते रूप भी आप ही रचे ने। इत्थे सब भेद भाव दूर हो जाते हैं। ਜਿਹੜੇ ਬੋਲੀਆਂ ਦੇ ਭਾਸ਼ਾ ਦੇ, ਚਾਹੇ ਕਿਸੇ ਦੇਸ਼ ਦੀ ਹੈ, ਕੋਈ ਦੇਸ਼ ਹੈ, ਦੇਸ਼ ਵੀ ਆਪ ਹੀ ਰਚਿਆ ਹੈ। ਉਹਨਾਂ ਦੇ ਨਾਮ ਵੀ ਜਾਂ ਹੋਰ ਜਿਹੜੇ ਚੀਜ਼ ਹੈ ਉਹ ਆਪ ਹੀ, ਉਹ ਅੱਗੇ ਤੋਂ ਅੱਗੇ ਪਰੰਪਰਾ ਦੇ ਨਾਲ ਤਾਂ ਅਸੀਂ ਸਮਝਦੇ ਹਾਂ ਵੀ ਇੱਥੇ ਹੀ ਬਣਾਏ ਜਾਂ ਨਹੀਂ, ਉਸੇ ਦੇ ਹੀ ਹੈ। ਵਾਹਿਗੁਰੂ ਪਰਮੇਸ਼ਰ ਦੇ ਤੇ ਇਹ ਹੈ, ਇਹ ਸਾਰੇ ਸਦਾ ਨਹੀਂ, ना संसार रहने वाला, न ही रज
अपने आप सजो दुई कुदरत साजी एक बिने बनाया किमें दुई कुदरत दुई जड़ी यह चीज दिस रही है ये अपनी शक्ति द्वारा उसने साज दी है। फिर ਉਹਦੇ ਵਿੱਚ ਸਾਰਿਆਂ ਦੇ ਵਿੱਚ ਉਹ ਆਪਣੇ ਸਥਿਤ ਰੂਪ ਵੀ ਹੈ ਬੈਠਾ ਅਸਰਜ ਰੂਪ ਹੈ ਉਹਦੀ ਅਸਰਜਤਾ ਕਰਕੇ ਹੀ ਇਹ ਸਾਨੂੰ ਅਸਰਜਤਾਈ ਪ੍ਰਤੀਤ ਹੋ ਰਹੀ ਹੈ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਫੇਰ ਜੇ ਡੂੰਘੀ ਵਿਚਾਰ ਕਰਨ ਵੀ ਅਸਰਜੀ ਗੱਲਾਂ ਨੇ ਸ਼ਬਦ ਦੀਆਂ ਵੀ ਗੱਲਾਂ ਨੇ ਸਰੀਰ ਦੀਆਂ ਵੀ ਗੱਲਾਂ ਨੇ ਸਾਰੀਆਂ ਇਸ ਕਰਕੇ ਉਸ ਦੀ ਅਸਰਜਾਈ ਦਾ ਭਾਸ ਪੈ ਰਿਹਾ ਹੈ ਬਲਕਿ ਅਗਿਆਨ ਦਾ ਐਸਾ ਪ੍ਰਭਾਵ ਹੈ ਐਸਾ ਪ੍ਰਤਾਪ ਹੈ ਕਿ ਜਿਹੜੀ ਉਲਟ ਚੀਜ਼ ਹੈ ਉਹ ਤਾਂ ਉਹਦੇ ਨਾਲ ਹੋਰ ਅਸਲੀ ਚੀਜ਼ ਜਿਹੜੀ ਹੈ ਉਹ ਟਕੀ ਜਾ ਰਹੀ ਹੈ ਤੇ ਜਿਹੜੀ ਉਹ ਤੋਂ ਵਿਰੁੱਧ ਚੀਜ਼ ਹੈ ਉਹ ਠੀਕ ਪ੍ਰਤੀਤ ਹੋ ਰਹੀ ਹੈ। ਜਿਸ ਤਰ੍ਹਾਂ ਪਰਮੇਸ਼ਰ ਤਾਂ ਸੱਚ ਹੈ ਇਹ ਸੱਚ ਹੈ ਤੇ ਇਹ ਸਾਰਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਇਹ ਚੀਜ਼ ਜਿਹੜੀ ਹੈ ਇਹ ਸੱਚ ਦਾ ਵਿਰੋਧੀ ਤੋਂ ਅਸੱਚ ਹੋ ਸਕਦਾ ਹੈ ਪਰ ਇਸ ਦਾ ਫੇਰ ਨਿਰਣਾ ਕਰਨ ਵਾਸਤੇ ਵੀ ਇਹ ਐਸਾ ਨਹੀਂ ਹੈ। ਸੱਚ ਤਾਂ ਉਹ ਵਸਤੂ ਹੈ ਵੀ ਹੈ ਹੀ ਨਹੀਂ ਇਹ ਤਾਂ ਹੈ ਦਿਸਦਾ ਸਭ ਕੋਈ ਕੰਮਕਾਰ ਹੁੰਦੇ ਹੈ ਬੋਲਦੇ ਚੱਲਦੇ ਹੈ। ਇਸ ਕਰਕੇ ਸਮਝਾਉਣ ਵਾਲਿਆਂ ਨੇ ਇਹ ਵਿਵਹਾਰਿਕ ਸੱਤਾ ਕਹਿਤੀ ਇੱਕ ਪਰਮਾਰਥਿਕ ਸੱਤਾ ਹੈ ਇੱਕ ਵਿਵਹਾਰਿਕ ਸੱਤਾ ਹੈ ਇੱਕ ਪ੍ਰਾਤਿਭਾਸ਼ਿਕ ਸੱਤਾ ਹੈ। ਹੋ ਸਕਦਾ ਹੈ ਜਿਹੜੀ ਵਿਚਾਰ ਚੱਲੀ ਹੈ ਉਹ ਆਪ ਆਪਣੇ ਬੁੱਧੀ ਅਨੁਸਾਰ ਜਿੰਨੀ ਸਮਝ ਦੇ ਵਿੱਚ ਆਵੇ ਠੀਕ ਹੈ ਨਹੀਂ ਤਾਂ ਤੇ ਹੈ ਵਾਸਤਵ ਵਿਚਾਰ ਹੀ ਸਹੀ ਹੈ ਔਰ ਗੁਰਬਾਣੀ ਵਿੱਚ ਹੀ ਹੈ ਗੁਰਬਾਣੀ ਦੇ ਆਸ਼ੇ ਅਨੁਸਾਰ ਹੀ ਹੋ ਰਹੀ ਹੈ ਤੇ ਸਾਧ ਸੰਗਤ ਵਿੱਚ ਵੀ ਇਸੇ ਕਰਕੇ ਹੀ ਹੋਣੇ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਵਿਚਾਰ ਜਿਹੜੀ ਉਹ ਸਾਨੂੰ ਪੂਰੀ ਸਮਝ ਆਵੇ ਸਮਝ ਆ ਕੇ ਵਿੱਚ ਉਸਦੇ ਸ਼ੰਕਾ ਹੋਵੇ ਉਹ ਵੀ ਨਿਵਰਤ ਹੋਵੇ ਸ਼ੰਕਾ ਦੂਰ ਹੋ ਕੇ ਤੇ ਫਿਰ ਸਾਡੇ ਮਨ ਮੰਨੇ ਤੇ ਉਸ ਨੂੰ ਮੰਨਣ ਵਿੱਚ ਲਿਆਈਏ ਮੰਨ ਕੇ ਫਿਰ ਜੋ ਕੁਛ ਗੁਰਬਾਣੀ ਕਹਿੰਦੀ ਹੈ ਤੇ ਉਹ ਸਾਨੂੰ ਪ੍ਰਤੱਖ ਪ੍ਰਗਟ ਹੋਵੇ ਇਹੀ ਹੈ ਵਿਚਾਰ। दुई कुदरत साजी कर आसन बैठे चाहे दाता करता आप तू करने वाला भी है परमेश्वर करता पुरख है करता पुरख दे अर्थ हो रहे हैं आप ही ने आप साजियो साजन का भी करता पुरख है। इस करके जो मूल मंत्र ओंकार सतनाम करता पुरख निरभाव निर्वैर अकाल मूर्त जुनी सैभंग गुर प्रसाद ਇਹ ਸਾਰੀ ਹੀ ਗੁਰਬਾਣੀ ਦੇ ਵਿੱਚ ਉਸ ਦਾ ਨਿਰਣਾ ਹੈ ਵਿਸਤਾਰ ਪੂਰਵਕ ਸੰਖੇਪ ਰੂਪ ਦੇ ਵਿੱਚ ਜਪਜੀ ਸਾਹਿਬ ਜੀ ਦੇ ਉਸ ਦਾ ਫੇਰ ਅੱਗੇ ਔਰ ਜਿਸ ਤਰ੍ਹਾਂ ਫਿਰ ਆਪਣੇ ਬਿਰਸ਼ ਹੈ ਉਹ ਬੀਜ ਤੋਂ ਉਸ ਦਾ ਅੱਗੇ ਉਗਣਾ ਹੁੰਦਾ ਹੈ ਉਗਦਾ ਹੈ ਫਿਰ ਉਹਦੀਆਂ ਜੜ੍ਹਾਂ ਦੇ ਮੁੱਢ ਵੱਡੇ ਟਾਹਣੇ ਛੋਟੇ ਟਾਹਣੇ ਟਾਹਣੀਆਂ ਪੱਤੇ ਸਾਰੇ ਰਲ ਕੇ ਬਿਰਸ਼ ਹੁੰਦਾ ਹੈ ਤੇ ਬੀਜ ਦੇ ਵਿੱਚ ਉਹ ਸਭ ਕੁਛ ਹੀ ਹੈ ਉਦੋਂ ਤਾਂ ਨਹੀਂ ਦਿਸਦਾ। ऐसे ही जड़ा हैगा मूल मंत्र ये बीज रूप है तो उससे भी कहते ने एक एक करता पुरख
ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤਾ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਏ। ਸਭ ਤੇਰੀ ਤੂੰ ਸਭਨੀ ਚਾਇਆ, ਜਿਸਨੇ ਵੀ ਕਿਰਪਾ ਕਰੇ। ਕਰਦਾ ਕਰਦਾ ਕਰਤਾ ਹੋ ਗਿਆ ਨਾ, ਇਹ ਸਭ ਕਰਤਾ ਪੁਰਖ ਦਾ ਹੀ। ਜਿਹੜਾ ਉਸ ਦੇ ਵਿੱਚ ਖਿਆਲ ਦੇਣਾ ਜਾਂ ਸਮਝ ਦੇਣੀ ਹੈ ਸੁਣ ਕੇ, ਉਹ ਧਿਆਨ ਹੈ। ਨਹੀਂ ਤਾਂ ਆਮ ਜਿਹੜੇ ਲੋਕ ਕਈ ਐਸੇ ਹੈ ਵੀ ਉਹ ਕਹਿੰਦੇ ਜੀ ਸਥੂਲ ਸਰੀਰ ਦਾ ਹੀ ਧਿਆਨ ਹੋ ਸਕਦਾ ਹੈ, ਠੀਕ ਹੈ। ਇਹ ਕਹਿੰਦੇ ਜੀ ਮੂਰਤੀ ਦਾ ਧਿਆਨ ਕਰੋਗੇ, ਮੇਰਾ ਹੀ ਧਿਆਨ ਕਰ ਲਿਆ ਕਰ, ਮੇਰਾ ਹੀ ਧਿਆਨ ਕਰੋ ਨਿਸਬਾਸਰ। ਇਹ ਉਸ ਵੇਲੇ ਦੇ ਮਸੰਦਾਂ ਦੀ ਗੱਲ ਸੀ। ਕਹਿੰਦੇ ਕਿਹੜਾ ਹੈ, ਗੁਰੂ ਸਿੱਖ ਇੱਕੋ ਹੀ ਹੁੰਦੇ ਆ, ਮੇਰਾ ਹੀ ਧਿਆਨ ਕਰ ਲਿਆ ਕਰ, ਉੱਥੇ ਗੁਰੂ ਕੋਲ ਜਾਏਗਾ ਤੇ ਮੈਂ ਹੀ ਗੁਰੂ ਬਣ ਬੈਠਾ। ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਆਪਣੇ ਮਤਨ ਦੱਸਦੇ ਵੀ ਇਸ ਤਰ੍ਹਾਂ ਦੇ ਜਿਹੜੇ ਸੰਨਿਆਸੀ ਨਹੀਂ ਹੋਏ, ਕਹਿੰਦੇ ਨੇ ਸਾਡੇ ਕੋਲ ਆਓ, ਅਸੀਂ ਗਿਆਨ ਦਿੰਦੇ ਹਾਂ। ਵਿਰਾਗੀ ਕਹਿੰਦੇ ਸਾਡੇ ਕੋਲ ਆਓ। ਬੋਧੀ ਜਾਨੀ ਹੋਰ ਸ਼ਾਸਤਰਾਂ ਵਾਲੇ, ਇਹ ਸਾਰੇ ਹੀ ਆਪਣਾ ਆਪਣੇ ਸਭ ਕੋ ਪੂਰਾ ਆਪੋ ਹੋਵੇ, ਘਟ ਨਾ ਕੋਈ ਯਖ ਹੈ। ਇਹ ਬਹੁਤ ਨਿਰਣੇ ਹੈ ਜਪਜੀ ਸਾਹਿਬ ਵਿੱਚ ਵੀ, ਸ੍ਰੀ ਆਸਾ ਜੋ ਹੈ। ਇਸ ਕਰਕੇ ਰੋਜ਼ ਉਸ ਦਾ ਸੁਣਨਾ, ਕਿ ਸੁਣਨਾ ਰੋਜ਼ ਕੀ, ਕਿ ਸਾਡੇ ਮਨ ਦੇ ਵਿੱਚ ਉਹ ਚੀਜ਼ ਵਸਦੀ ਨਹੀਂ। ਜੇ ਸੁਣਦੀ ਤਾਂ ਨਿਕਲ ਜਾਂਦੀ ਹੈ, ਤੇ ਮੁੜ ਮੁੜ ਕੇ ਜੇ ਉਸ ਦੇ ਅੰਦਰ ਹੋ ਸਕਦਾ ਹੈ ਕਰਦਿਆਂ ਕਰਦਿਆਂ ਅੰਦਰ ਪ੍ਰਵੇਸ਼ ਹੀ ਹੋ ਜਾਏ, ਪੱਕਾ ਉਹ ਸਿਧਾਂਤ ਮੰਨਣ ਵਿੱਚ ਆ ਜਾਏ। ਮਨ ਦੇ ਵਿੱਚ ਮੰਨਣ ਦੇ ਵਿੱਚ ਆਇਆ ਤੇ ਫੇਰ ਇਹ ਸੰਸਾਰ ਜਿਹੜਾ ਇਹ ਸਾਚੀ ਜੀ ਧਾਰ, ਸਗਲ ਜਗਤ ਜੈਸੇ ਹੈ ਸੁਪਨਾ, ਬਿਨ ਸਟ ਲਗਤ ਨਾ ਪਾਰ। ਫਿਰ ਇਹ ਨਿਸ਼ਚਾ ਹੋ ਜਾਏਗਾ। ਜਦੋਂ ਇਹ ਹੋ ਗਿਆ ਨਿਸ਼ਚਾ, ਫਿਰ ਉਸ ਵਿੱਚ ਖਚਤ ਨਹੀਂ ਹੋਵਾਂਗੇ, ਉਸ ਵਿੱਚ ਮੋਹ ਮਮਤਾ ਨਹੀਂ ਹੋਗੀ, ਫਿਰ ਜਨਮ ਮਰਨ ਨਹੀਂ ਹੋਏਗਾ। ਤੇ ਇਹ ਨਿਸ਼ਚਾ ਹੋ ਕੇ ਫਿਰ ਵਾਹਿਗੁਰੂ ਸਤ ਸਰੂਪ ਵੱਲ ਤੁਰੂਗਾ ਮਨ ਤੇ ਬੁੱਧ ਉਧਰਲੇ ਪਾਸੇ। ਸੋ ਇਹ ਹੈ ਆਪਣੇ ਬਿਰਤੀ, ਸ਼ਬਦ ਦੀ ਵੀ ਬਿਰਤੀ ਹੈ। ਉਹ ਕਹਿੰਦੇ ਸ਼ਬਦ ਦਾ ਜਿਹੜਾ ਅਰਥ ਦੇ ਨਾਲ ਸੰਬੰਧ ਹੈ, ਉਹੀ ਉਸ ਦੀ ਬਿਰਤੀ ਹੈ। ਜੋ ਸ਼ਬਦ ਦੇ ਨਾਲ ਇਹ ਅੱਗੇ ਉਹਦੇ ਭੇਦ ਨੇ, ਲੱਛਣਾਂ ਤੋਂ ਅੱਗੇ ਵਿਅੰਜਨਾਂ ਤੋਂ ਅੱਗੇ ਚਮਤਕਾਰੀ, ਉਹਨਾਂ ਦੇ ਅੱਗੇ ਤੋਂ ਅੱਗੇ 84 ਭੇਦ ਹੈ ਅਰਥਾਂ ਵਾਸਤੇ ਵੀ। ਕਿਹੜਾ ਹੁਣ ਉਹਨਾਂ ਨੂੰ ਯਾਦ ਕਰੂ ਤੇ ਕਿਹੜਾ ਦੱਸੂਗਾ। ਸੋ ਪਹਿਲਾਂ ਤਾਂ ਇਹ ਜਾਣਕਾਰੀ ਵਾਸਤੇ ਵਿਦਿਆ, ਜਿਸ ਨੂੰ ਕਹਿੰਦੇ ਵੀ ਸਮਝ ਆ ਜਾਏ, ਕਹਿੰਦੇ ਕਿਸੇ ਚੀਜ਼ ਦਾ ਵੀ ਵਿਦਿਆ ਹੈ। ਇਸ ਕਰਕੇ ਉਹ ਸਾਰਿਆਂ ਦੀ ਇਹ ਵਿਚਾਰ ਨਹੀਂ ਹੋ ਸਕਦੀ। ਸਤਿਗੁਰੂ ਸਾਹਿਬ ਜੀ ਨੇ ਇਹ ਜੋ 12 ਮਹਾ ਇਸ ਦੁਆਰਾ ਉਪਦੇਸ਼ ਦਿੱਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹੀ ਉਪਦੇਸ਼ ਨੇ, ਉਹੀ ਗਿਆਨ ਹੈ ਉਹਨਾਂ 'ਚ, ਉਹੀ ਧਿਆਨ ਹੈ, ਕੋਈ ਬਦਲੀ ਹੈ। ਤੇ ਉਹਨਾਂ ਉਪਦੇਸ਼ਾਂ ਨੂੰ ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਕੋਲ ਹੁੰਦਿਆਂ ਵੀ ਨਹੀਂ ਮੰਨਿਆ, ਜਾਂ ਉਹਨਾਂ ਨੂੰ ਨਿਸ਼ਚਾ ਨਹੀਂ ਆਇਆ, ਸ਼ਰਧਾ ਨਹੀਂ ਆਈ, ਤੇ ਉਹੀ ਸਮਝਿਆ ਉਹੀ ਜੇ ਵੀ ਚਾਹੇ ਦੁਨੀਆ ਦੀ ਤਾਂ ਕੀ ਗੱਲ ਹੈ, ਵੀ ਆਮ ਸੰਸਾਰਿਕ ਜਿਹੜੀ ਪ੍ਰਵਿਰਤੀ ਹੈ ਗ੍ਰਸਥ ਮਾਰਗ ਦੀ, ਉਹਦੇ ਅਨੁਸਾਰ ਵੀ ਗੁਰੂ ਘਰ ਦੇ ਵਿੱਚ ਐਸੇ ਵਿਅਕਤੀ ਹੋਏ ਹਨ, ਉਹਨਾਂ ਦੇ ਹੀ ਸਾਹਿਬਜ਼ਾਦੇ, ਉਹਨਾਂ ਦੇ ਵਿੱਚੋਂ ਵੀ ਉਹਨਾਂ ਦਾ ਨਿਸ਼ਚਾ ਨਹੀਂ ਆਇਆ, ਨਾ ਉਹਨਾਂ ਦਾ ਬਚਨ ਫਿਰ ਮੰਨੇ। ਨਿਸ਼ਚਾ ਹੁੰਦਾ ਤਾਂ ਬਚਨ ਮੰਨਦੇ। ਉਹ ਜਿਹੜਾ ਐਸਾ ਨਿਸ਼ਚਾ ਹੋਣਾ, ਇਹ ਵੀ ਇੱਕ ਮਾਇਆ ਦਾ ਪ੍ਰਭਾਵ ਹੈ, ਮਾਇਆ ਦੀ ਸ਼ਕਤੀ ਉਹ ਨਹੀਂ ਹੋਣ ਦਿੰਦੀ। ਜੈਸੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਦਿਹਾੜਾ ਅਵਤਾਰ ਹੋਇਆ,
ਕਿ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਸੀਗਾ ਵੀ ਇਹ ਪਰਮੇਸ਼ਰ ਨੇ? ਤੇ ਹੋਰਨਾਂ ਦੇ ਟਾਈਮ ਵੀ ਇਹ ਪਰਮੇਸ਼ਰ ਸਰੂਪ ਹੈ ਨਾ। ਉਹ ਮਾਇਆ ਹੀ ਉਹਨਾਂ ਦੇ ਉੱਤੇ ਪਾਈ ਸੀ। ਅਖੀਰ ਦੇ ਉੱਤੇ ਜਾ ਕੇ ਫਿਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਦੇ ਇਹਨਾਂ ਤੇ ਵੀ ਮਾਇਆ ਪਾ ਰੱਖੀ। ਅਖੀਰ ਤੇ ਫਿਰ ਉਹਨਾਂ ਨੂੰ ਨਿਸ਼ਚੈ ਹੈ ਵੀ ਇਹ ਤੂੰ ਨਿਰੰਕਾਰ ਹੈ। ਔਰ ਮਾਤਾ ਨੂੰ ਵੀ ਰਾਏ ਬੁਲਾਰ ਦੇ ਤਾਈਂ ਵੀ ਕਿਹਾ, ਮਾਤਾ ਨੇ ਇੱਕੋ ਹੀ ਸਾਡਾ ਦੇਖੋ ਜੀ ਰਾਏ ਬੁਲਾਰ ਜੀ, ਤੁਸੀਂ ਬਹੁਤ ਤੁਹਾਡੀ ਗੱਲ ਗੁਰੂ ਨਾਨਕ ਸਾਹਿਬ ਮੰਨਦੇ ਨੇ, ਤੁਹਾਡੀ ਬਹੁਤ ਸ਼ਰਧਾ ਹੈ। ਮੇਰਾ ਇੱਕੋ ਹੀ ਪੁੱਤਰ ਹੈ, ਇਹਨਾਂ ਨੂੰ ਕਹੋ ਵੀ ਜਾਇਆ ਨਾ ਕਰੇ, ਮੇਰੀ ਬਿਰਧ ਅਵਸਥਾ ਇੱਥੇ ਹੀ ਰਵੇ। ਤੇ ਰਾਏ ਬੁਲਾਰ ਨੇ ਵੀ ਕਿਹਾ ਕਿ ਮਹਾਰਾਜ ਤੁਸੀਂ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਵੱਸ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਅਸੀਂ ਤਾਂ ਜੋ ਕੁਛ ਕਰਦੇ, ਜੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਸਾਨੂੰ ਤਾਂ ਜੋ ਹੁਕਮ ਹੈ। ਕਹਾ ਪ੍ਰਭੂ ਸੋ ਪਾਖ ਹਮ ਕਿਸੂ ਨ ਕਾਨ ਰਾਖ, ਕਿਸੂ ਨ ਭੇਖ ਪੀਜ, ਲੇਖ ਬੀਜ ਬੀਜ। ਜੋ ਲੇਖ ਵਾਹਿਗੁਰੂ ਪਰਮੇਸ਼ਰ ਹੈ, ਉਸਦੇ ਉਪਦੇਸ਼ ਹੈ, ਉਹੀ ਆਪਣੇ ਅੰਦਰ ਧਾਰਨ ਕਰਾਂਗੇ। ਬੀਜਣਾ ਕਿਸੇ ਚੀਜ਼ ਨੂੰ, ਸਾਂਭ ਕੇ ਰੱਖਣਾ ਤੇ ਦੂਸਰਿਆਂ ਨੂੰ ਵੀ। ਸੋ ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਤੇ ਇਹ ਰਾਏ ਬੁਲਾਰ ਦਾ ਮਹਾਰਾਜ ਨੇ ਉਪਦੇਸ਼ ਦੇ ਕੇ ਇਹਨੂੰ ਗਿਆਨ ਵੀ ਦਿੱਤਾ ਸੀ ਤੇ ਮੋਹ ਵੀ ਮਿਟਿਆ ਸੀ। ਜਿੱਥੇ ਗਿਆਨ ਆ ਜਾਏ ਫਿਰ ਉੱਥੇ ਮੋਹ ਨਹੀਂ ਹੁੰਦਾ। ਰਾਏ ਬੁਲਾਰ ਨੇ ਕਿਹਾ ਵੀ ਮਹਾਰਾਜ ਤੁਸੀਂ ਹੋਰਨਾਂ ਦੇ ਇੰਨੇ ਸੰਸਾਰ ਨੂੰ ਤਾਰੀ ਜਾਂਦੇ ਹੋ, ਮੋਹ ਮਿਟੀ ਜਾਂਦੇ ਹੋ, ਗਿਆਨ ਦੇਈ ਜਾਂਦੇ ਹੋ, ਇਹਨਾਂ ਤੇ ਵੀ ਕਿਰਪਾ ਕਰ ਦਿਓ। ਮਾਤਾ ਪਿਤਾ ਤੇ ਵੀ, ਮਾਤਾ ਦਾ ਮਾਂ ਦਾ ਮੋਹ ਬਹੁਤ ਹੁੰਦਾ ਹੈ। क्योंकि पहला में माता के उधर में आए निवास किया, ते आए किया निवास, फिर जन्म वेले भी वो पालना जिन्ना संबंध या होर चीज करके मुँह वधदा ही जाता है ते मैं दे नाल ही वधदा है। ते ये मोह मेट दिओ। वो कहंदे नहीं साडी बस। गुरु नानक साहब कहंदे परमेश्वर ने मोह आदिक पंजे बनाए ने, वो मेट सकता है। पंजे जड़े ने ये वाहिगुरू परमेश्वर की माया, उसके अगे ने असी नहीं मेट सकते। ਉਹਦੀ ਭਗਤੀ ਕਰਨ ਤੇ ਆਪੇ ਉਹ ਮੇਟੂਗਾ। ਕਹਿੰਦੇ ਜਾਂ ਹੋਰ ਚੀਜ਼। ਚਲੋ ਫਿਰ ਕੀ ਉੱਤਰ ਉਹਨਾਂ ਨੂੰ ਅੱਗੇ ਤੋਂ ਅੱਗੇ ਆਉਣਾ ਸੀ। ਗੁਰੂ ਮਹਾਰਾਜ ਘਰ ਦੇ ਵਿੱਚ ਆ ਗਏ ਤੇ ਜਿਸ ਵੇਲੇ ਜਾਣ ਲੱਗੇ ਇੱਥੋਂ ਬਾਹਰ ਤੇ ਸੁਤੇ ਸਿੱਧੀ ਮਾਤਾ ਨੇ ਕਹਿਤਾ, ਚੰਗਾ ਪੁੱਤਰ ਜੀ, ਇਹ ਸਾਡਾ ਕੋਈ ਜ਼ੋਰਵਾਰ ਤੁਹਾਡੇ ਨਾਲ ਚੱਲਦਾ ਨਹੀਂ ਹੈ, ਤੁਹਾਡੀ ਮਰਜ਼ੀ, ਅਸੀਂ ਤੁਹਾਨੂੰ ਕਿਵੇਂ ਰੱਖ ਸਕਦੇ ਹਾਂ। ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਪਰਮੇਸ਼ਰ ਜੋਤੀ ਸਰੂਪ ਉਸਦੇ ਹੁਕਮ ਦੇ ਵਿੱਚ ਹੀ ਉਹੀ ਹੁਕਮ ਹੀ ਹੈ। ਤੇ ਉਸੇ ਵੇਲੇ ਮਾਤਾ ਦਾ ਜਿਹੜਾ ਮੋਹ ਸੀ ਉਹ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਟ ਦਿੱਤਾ। जैसे गुरु हरकृष्ण साहिब महाराज जी बाल स्वरूप दे विच ही दिल्ली ज्योति जोत समाउण लगे ते सतगुरु साहिब जी दे माता हरकृष्ण कौर जी सी। इन्हां नूं बड़ा पहलां तो ये खेद पई, ये साडे सपुत्र ने, इन्हां दे शरीर ते कष्ट होया है, वो बचन दे नाल ते इहदा गल सी। ਤੇ ਦੂਸਰਾ ਵੀ ਇਹ ਕਿਹਾ ਵੀ ਮੈਂ ਇਕੱਲੀ ਕੀ ਕਰੂੰਗੀ, ਤੁਸੀਂ ਤਾਂ ਜੋਤੀ ਜੋਤ ਸਮਾਉਣ ਲੱਗੇ ਹੋ। ਉਸ ਵੇਲੇ ਮਾਤਾ ਦੀ ਦਸ਼ਾ ਵੇਖ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਹਿੰਦੇ, ਮਾਤਾ ਜੀ ਤੁਹਾਨੂੰ ਇਹ ਕੀ ਖਿਆਲ ਹੈ, ਵੇਖੋ ਸਾਡੇ ਸਰੀਰ ਵੱਲ ਕੋਈ ਹੈ ਇੱਥੇ ਰੋਗ, ਬਿਲਕੁਲ ਨਿਰੋਗ ਕਰਕੇ ਕੋਈ ਮਾਤਾ ਮੁਤਾ ਦੇ ਕੋਈ ਇਸ਼ਕ ਨਹੀਂ। ਤੇ ਨਾਲੇ ਮੋਹ ਵੀ ਮੇਟ ਦਿੱਤਾ। ਕਹਿੰਦੇ ਲਾਓ ਜਾਓ ਹੁਣ ਜਿੱਥੇ ਮਰਜ਼ੀ, ਫੇਰ ਨਹੀਂ ਮਨ ਦੇ ਵਿੱਚ। ਐਸੇ ਹੀ ਜਿਸ ਵੇਲੇ ਮੋਹ ਮੇਟ ਦਿੱਤਾ, ਬਾਬੇ ਕਾਲੂ ਜੀ ਦਾ ਨਹੀਂ ਹਲੇ ਮੇਟਿਆ।
ਤੇ ਫਿਰ ਮਾਤਾ ਜੀ ਨੇ ਕਿਹਾ ਚੰਗਾ ਪੁੱਤਰ ਜੀ ਹੁਣ ਜਿੱਥੇ ਮਰਜ਼ੀ ਤੁਸੀਂ ਜਾਓ ਇੱਛਾ ਨਾਲ। ਸੋ ਐਸਾ ਇਹ ਪ੍ਰਬਲ ਸੂਰਬੀਰ ਨੇ ਇਹਨਾਂ ਵਾਸਤੇ ਇਹ ਮੋਹ ਆਦਿਕ ਆਪ ਪਰਮੇਸ਼ਰ ਦੇ ਹੁਕਮ ਦੇ ਵਿੱਚ ਸੋ ਇਹ ਉਹਨਾਂ ਨੂੰ ਵੀ ਪਾਇਆ ਸੀ। ਫਿਰ ਬਾਬਾ ਕਾਲੂ ਜੀ ਦਾ ਵੀ ਉਹਨਾਂ ਨੂੰ ਜਿਸ ਵੇਲੇ ਇਹਨਾਂ ਦਾ ਅੰਤ ਦਾ ਸਮਾਂ ਨੇੜੇ ਸੀ ਤੇ ਇਹਨਾਂ ਨੂੰ ਆਪਣੇ ਬਜ਼ੁਰਗਾਂ ਪਿਤਰਾਂ ਦੇ ਵੀ ਹੁੰਦੇ ਸ਼ਰਾਧ ਕਰਾਉਂਦੇ ਸੀ ਲੋਕ। ਕਹਿੰਦੇ ਹਿੰਦੂ ਭੂਮੀ ਜੋ ਹੋਈ ਹਿੰਦੂ ਦੀ ਮਰਜ਼ਾਦਾ ਹੋਣੀ ਇੱਥੇ, ਸ਼ਰਾਧ ਕਰਾ ਜਾਓ ਜੀ ਤੁਸੀਂ, ਜਾਂ ਹੋਰ ਚੀਜ਼ ਹੈ, ਅੱਜ ਸ਼ਰਾਧ ਹੈ, ਅੱਜ ਨਾ ਹੋਰ ਜਾਂ ਹੋਰ ਚੀਜ਼ ਕਰੋ। ਕਹਿੰਦੇ ਜੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੁਹਾਨੂੰ ਕੀ ਸ਼ਰਾਧਾਂ ਦੀ ਲੋੜ ਹੈ। ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਕੌਲ ਸੋਢੀ ਕੀ ਉਹ ਪਿੰਡ ਦਾ ਨਾਂ, ਉੱਥੇ ਗਏ, ਕਪੂਰੇ ਦੇ ਨਾਲ ਪਿੰਡ ਹੈ, ਹੁਣ ਨਾਂ ਨਹੀਂ ਯਾਦ ਆਉਂਦਾ। ਚਲੋ ਉੱਥੇ ਗਏ ਤੇ ਇਹ ਅੱਗੇ ਰਸਮ ਰਿਵਾਜ ਜਿਹਾ ਕਰਦਾ ਸੀ, ਇਸ ਤਰ੍ਹਾਂ ਦਾ ਆਪਣੇ ਆਪ ਨੂੰ ਵੱਡੇ ਖਵਾਉਂਦੇ ਸੀ ਕਿਉਂਕਿ ਪ੍ਰਿਥਵੀ ਦੀ ਔਲਾਦ ਸੀ, ਅਸੀਂ ਗੁਰੂ ਹਾਂ, ਹੋਰ ਗੁਰੂ ਕੋਈ ਹੈ ਨਹੀਂ। ਮਹਾਰਾਜ ਕਹਿੰਦੇ ਇਹ ਕੌਲ ਸਾਹਿਬ ਆ ਕੀ ਤੁਸੀਂ ਕਰਦੇ ਹੋ? ਇਹ ਜੀ ਅਸੀਂ ਇਹ ਸ਼ਰਾਧ ਕਰਾਉਂਦੇ ਆ। ਇਹ ਹਾਲੇ ਇਹ ਤੁਹਾਡੇ ਜਿਹੜੇ ਪਿੱਤਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਹੋਣ ਕਰਕੇ ਉਹ ਸ਼ਰਾਧਾਂ ਦੀ ਲੋੜ ਰੱਖਦੇ ਆ। ਇਹ ਸ਼ਰਾਧ ਕਰੋਗੇ ਤੇ ਫਿਰ ਉਹਨਾਂ ਨੂੰ ਪੁੱਜੂ ਤੇ ਫਿਰ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਮਿਲਣਗੀਆਂ। ਇਹ ਹੰਕਾਰੀ ਸੀ ਜ਼ਿਆਦੇ। ਚਲੋ ਇਹ ਨਾ ਗੱਲ ਮੰਨੀ ਸੀ। ਫਿਰ ਉੱਥੇ ਹੀ ਮਹਾਰਾਜ 10ਵੇਂ ਸਰੂਪ ਦੇ ਵਿੱਚ ਤਾਂ ਫਿਰ ਸਭ ਤਰ੍ਹਾਂ ਹੀ ਵੀ ਐਨ ਸਾਫ਼ ਕਰ ਦੇਣੇ। ਹੰਕਾਰੀਆਂ ਦੇ ਹੰਕਾਰ ਵੀ, ਬਲੀਆਂ ਦੇ ਬਲ ਵੀ, ਬੇਮੁਖਾਂ ਦੀ ਬੇਮੁਖਤਾਈ ਵੀ, ਚਾਹੇ ਬਚਨ ਦੇ ਨਾਲ ਤੇ ਚਾਹੇ ਸ਼ਸਤਰ ਦੇ ਨਾਲ। ਕਿਉਂਕਿ ਉਤੋਂ ਹੁਕਮ ਸੀ ਵੀ ਦੁਸ਼ਟਾਂ ਦਾ ਨਾਸ਼ ਕਰਨਾ, ਦੁਸ਼ਟਤਾ ਹੀ ਹੈ, ਦ્વੈਤ ਹੀ ਜਿਨ੍ਹਾਂ ਨੂੰ ਇਸ਼ਟ ਹੈ। ਸੋ ਇਹ ਫਿਰ ਕਹਿਣ ਲੱਗਾ ਜੀ ਕਪੂਰਾ ਕਿ ਤੁਹਾਨੂੰ ਮਿਲਿਆ, ਇਹਦਾ ਸੇਵਕ ਬਣਿਆ ਸੀ ਕਪੂਰਾ, ਜਿਹੜਾ ਕੋਟ ਕਪੂਰਾ ਜਿਹੜੇ ਕਪੂਰੇ ਨਾਂ ਤੇ ਬਣਦੇ ਹੈ। ਮਹਾਰਾਜ ਕਹਿੰਦੇ ਹਾਂ ਮਿਲਿਆ ਸੀ ਸਾਨੂੰ। ਅਸੀਂ ਉਹਨੂੰ ਕਿਹਾ ਉਹ ਤੁਸੀਂ ਐਵੇਂ ਉਲਝੇ ਫਿਰਦੇ ਆ ਥੋੜ੍ਹੇ ਥੋੜ੍ਹੇ ਪਿੰਡਾਂ ਦੇ ਰਾਜ ਦੇ ਵਿੱਚ, ਤੁਹਾਡਾ ਔਰ ਅੱਗੇ ਤੋਂ ਹੀ ਰਾਜ ਕਰ ਦਿੰਦੇ ਤੇ ਤੂੰ ਸਾਨੂੰ ਕਿਲ੍ਹਾ ਦੇ ਇੱਥੇ, ਅਸੀਂ ਜੰਗ ਕਰਨਾ ਹੈ। ਉਹ ਕਹਿੰਦਾ ਜੀ ਮੈਂ ਤਾਂ ਕਿ ਇਹ ਇਹਨਾਂ ਦੇ ਰਾਜ ਦੇ ਵਿੱਚ ਹੈ, ਇਹਨਾਂ ਦੇ ਅਧੀਨ ਹੈ ਤੁਰਕਾਂ ਦੇ, ਤੇ ਮੈਨੂੰ ਮਾਰ ਦੇਣਗੇ ਫਾਈ ਦੇ ਕੇ। ਮਹਾਰਾਜ ਕਹਿੰਦੇ ਉਹ ਤੁਹਾਨੂੰ ਅਸੀਂ ਗੱਪੇ ਦਿੰਦੇ ਇੰਨੇ ਵੱਡੇ ਵੱਡੇ, ਜੇ ਤੁਸੀਂ ਕਹਿੰਦੇ ਮਾਰ ਦੇਣਗੇ, ਤੁਹਾਡਾ ਨਿਸ਼ਚਾ ਹੀ ਨਹੀਂ ਹੈ। ਚੰਗਾ ਜੇ ਤੂੰ ਨਹੀਂ ਕਰਦਾ ਤੇ ਤੇਰੇ ਮੂੰਹ ਤੇ ਖੇਹ ਦਾ ਤੋਬਰਾ ਚੜਾ ਕੇ ਤੇ ਫਾਂਸੀ ਤੇ ਚਾੜ ਕੇ ਮਾਰਨਗੇ। ਮਹਾਰਾਜ ਕਹਿੰਦੇ ਅਸੀਂ ਉਹਦੀਆਂ ਜੜ੍ਹਾਂ ਪੁੱਟ ਆਏ ਹਾਂ ਜਿਹਨੂੰ ਤੂੰ ਸੇਵਕ ਕਰਨਾ। ਇਹ ਕਹਿੰਦਾ ਉਹਦੀਆਂ ਜੜ੍ਹਾਂ ਤਾਂ ਮੇਰੇ ਪੇਟ ਵਿੱਚ ਹੈ। ਕਿਉਂ ਹੰਕਾਰ ਸੀ ਇਹਨਾਂ ਨੂੰ ਵੀ ਗੁਰੂ ਪਣੇ ਦਾ, ਪਿਰਥੀ ਨੂੰ ਵੀ ਮੈਂ ਗੁਰੂ ਹਾਂ। ਪਤਾ ਤਾਂ ਲੱਗਦਾ ਜਦੋਂ ਮੈਦਾਨ ਚ ਨਿਤਰੇ ਗੁਰੂ ਕਿਹੜਾ ਹੈ ਫਿਰ। ਪਰ ਐਸਾ ਪਰਮੇਸ਼ਰ ਕਿਤੇ ਕਿਤੇ ਕਰਦਾ, ਜੇ ਹਮੇਸ਼ਾ ਕਰੇ ਤਾਂ ਫਿਰ ਸਾਰੇ ਹੀ ਸਿੱਖ ਬਣ ਜਾਣ ਉਹਦੇ। ਫਿਰ ਇਹ ਖੇਲ ਨਹੀਂ ਦੋ ਪਾਸੀ ਹੋ ਸਕਦੀ। ਮਹਾਰਾਜ ਕਹਿੰਦੇ ਉਹ ਕਪੂਰਾ ਤੇਰਾ ਪਹਿਲਾਂ ਪੇਟ ਪਾੜੂਗਾ ਤੇ ਫੇਰ ਮਰੂਗਾ। ਨਾਲ ਇੰਨੀ ਗੱਲ ਨਹੀਂ ਹੁੰਦੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜਿੱਥੇ ਕਿੱਥੇ ਗਏ ਉਹਨਾਂ ਨੂੰ ਮਾਰਨ ਤੱਕ ਵੀ ਆਏ, ਉਹਨਾਂ ਦੀ ਸ਼ਕਤੀ ਨੂੰ ਰੋਕ ਕੇ ਤੇ ਫੇਰ ਉਹਨਾਂ ਦੇ ਮਨ ਦੇ ਵਿੱਚ ਵੀ ਸ਼ਰਧਾ ਪਰਮੇਸ਼ਰ ਦੀ ਲਿਆਤੀ। ਇਉਂ ਇੱਕ ਸ਼ਕਤੀ ਹੁੰਦੀ ਹੈ, ਉਹ ਫਿਰ ਅੱਗੇ ਗੱਲ ਨਹੀਂ ਕਰ ਸਕਦੀ। ਮੁੜ ਕੇ ਨਹੀਂ ਇਹ ਬੋਲਿਆ। ਮੁੜ ਕੇ ਜੇ ਬੋਲਦਾ ਤੇ ਦੂਸਰੇ ਉਹ ਜਿਵੇਂ ਆਗਰੇ ਚ ਕਾਜ਼ੀ ਨੇ ਕਿਹਾ ਸੀ ਉਹ ਕਰਾਮਾਤ ਦਿਖਾਓ ਜਿਹੜੀ ਇੱਕ ਤੀਰ ਦੇ ਨਾਲ ਹੀ 10,000 ਨੂੰ ਮਾਰ ਦਿੱਤਾ, ਤੇ ਖਵਾਜਾ ਮਰਦੂਦ ਵਰਗੇ ਜਿਹੜੇ ਸੀ ਉਹ ਉਹਲੇ ਲੋਕ ਗਏ ਦੀਵਾਰਾਂ ਦੇ। ਪਾਤਸ਼ਾਹ ਬਹਾਦਰ ਸ਼ਾਹ ਜੀ ਦੀਵਾਨ ਲੱਗਿਆ, ਸਾਰੇ
ਕਾਜ਼ੀ ਮਿਲਾਣੇ ਆਫਰੇ ਹੋਏ ਸੀ ਸ਼ਰ੍ਹਾ ਦੇ। ਇਹ ਕਹਿੰਦੇ ਸ਼ਾਹੀ ਕਾਜ਼ੀ ਹੈ ਮੈਂ। ਤੇ ਗੁਰੂ ਮਹਾਰਾਜ ਨੇ ਕਿਹਾ ਵੀ ਕਰਾਮਾਤ ਜਿਹੜੀ ਤੁਸੀਂ ਕਹਿੰਦੇ ਹੋ ਨਾ, ਵਿਲੱਖਣ ਸ਼ਕਤੀ ਦਾ ਨਾਂ ਹੀ ਹੈ। ਕਰਾਮਾਤ ਦੇ ਆ ਜਿਹੜੀ ਮਾਇਆ ਹੈ ਨਾ, ਇਹ ਮਾਇਆ 'ਚ ਕਰਾਮਾਤ ਦੀ ਸ਼ਕਤੀ ਹੈ। ਕਾਗਜ਼ ਹੁਣ ਕੁਛ ਹੋਵੇ, ਇਹ ਦੁਕਾਨ ਜ਼ਿਆਦਾ ਜਾਓ, ਜਿਹੜੀ ਮਰਜ਼ੀ ਚੀਜ਼ ਲੈ ਲਓ। ਉਹ ਕਹਿੰਦੇ ਨਹੀਂ ਜੀ ਇਹ ਕਰਾਮਾਤ ਇਹ ਤਾਂ ਹੈ ਹੀ ਹੈ, ਉਹ ਦਿਖਾਓ। ਮਹਾਰਾਜ ਕਹਿੰਦੇ ਵੀ ਆ ਜਿਹੜਾ ਪਾਤਸ਼ਾਹ ਤੁਹਾਡਾ ਬੈਠਾ ਹੈ, ਇਹਦੀ ਜ਼ਬਾਨ ਤੇ ਕਰਾਮਾਤ ਹੈ। ਜਿਹਨੂੰ ਮਰਜ਼ੀ ਕਹਿ ਦਿਓ ਉਹਨੂੰ ਬੰਨ੍ਹ ਕੇ ਲੈ ਆਓ, ਜਿਹਨੂੰ ਮਰਜ਼ੀ ਕਹਿ ਦਿਓ ਇਹਨੂੰ ਛੱਡ ਦਿਓ। ਕਹਿੰਦੇ ਨਹੀਂ ਜੀ ਉਹ ਦਿਖਾਓ। ਫਿਰ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਇਹਨਾਂ ਨੂੰ ਵੀ ਸਿੱਧੇ ਕੀਤਾ ਨਾ। ਫਿਰ ਮਹਾਰਾਜ ਨੇ ਸ੍ਰੀ ਸਾਹਿਬ ਕਰ ਲਈ, ਕਹਿੰਦੇ ਲੈ ਇਹਦੇ 'ਚ ਕਰਾਮਾਤ ਹੈ, ਸ਼ਕਤੀ ਹੈ ਵਿਲੱਖਣ, ਹੁਣ ਬੋਲ ਤੇਰਾ ਸਿਰ ਲਾ ਕੇ ਰੱਖ ਦਿੰਦੇ। ਫੇਰ ਨਹੀਂ ਮੁੜ ਕੇ ਬੋਲਿਆ, ਉਹਨੇ ਵਾਹ ਕੇ ਰੱਖ ਦੇਣੀ ਸੀ। ਇਸ ਤਰ੍ਹਾਂ ਹੀ ਇਸ ਸਰੂਪ ਦੇ ਵਿੱਚ ਦੋਹਾਂ ਚੀਜ਼ਾਂ ਦੇ ਨਾਲ ਹੀ ਸੁਧਾਈ ਕੀਤੀ ਹੈ ਉਹਦੇ ਵਿੱਚ। ਪਰ ਸਾਰੀ ਦੁਨੀਆ ਐਸੀ ਕਿਉਂ ਨਹੀਂ ਹੋ ਸਕਦੀ? ਉਹ ਪਰਮੇਸ਼ਰ ਦਾ ਐਸਾ ਹੀ ਵਿਚਾਰ ਹੈ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮ ਨਿਰੰਕਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਜਿੰਨਾ ਸਾਨੂੰ ਹੁਕਮ ਹੈ ਉਹ ਅਸੀਂ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿ ਜਿੰਨਾ ਸਾਨੂੰ ਹੁਕਮ ਹੈ ਉਹ ਕਰਨਾ ਹੈ। ਇਸ ਕਰਕੇ ਸਾਰਾ ਸੰਸਾਰ ਵੀ ਕਿਉਂ ਨਹੀਂ ਤਰ ਸਕਿਆ? ਉਹਦਾ ਐਸੀ ਵਿਚਾਰ ਹੈ। ਜੋ ਤੁਧ ਭਾਵੈ ਸਾਈ ਹੁਕਮ ਰਜਾਈ ਚੱਲਣਾ, ਉਹਦੀ ਰਜ਼ਾ ਵਿੱਚ। ਤੇ ਭਗਤਾਂ ਕੀ ਚਾਲ ਨਿਰਾਲੀ, ਸਿੱਖਾਂ ਦੀ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਸਾਹਿਬ ਜੀ ਦੀ ਜਿਹੜੀ ਦੱਸੀ ਹੋਈ ਵਿਚਾਰ, ਉਹਨੂੰ ਸਿੱਖਣਾ, ਉਹਨੂੰ ਮੰਨਣਾ। ਸੋ ਸਿੱਖ ਸਕਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ, ਉਹ ਸਿੱਖ ਨਹੀਂ ਹੋ ਸਕਦਾ। ਜਿਹੜਾ ਸਿੱਖਿਆ ਤੋਂ ਬਾਹਰ ਆਪਣੀਆਂ, ਚਾਹੇ ਇੱਕ ਹੈ ਮੁਖੀ ਹੈ, ਚਾਹੇ ਪਾਤਸ਼ਾਹ ਹੈ, ਚਾਹੇ ਕਮੇਟੀਆਂ ਹੈ, ਚਾਹੇ ਸੁਸਾਇਟੀਆਂ ਹੈ, ਉਹਨਾਂ ਨੂੰ ਅਧਿਕਾਰ ਨਹੀਂ ਹੈ ਵੀ ਗੁਰੂ ਕੀ ਸਿੱਖਿਆ ਤੇ ਜੇ ਉਹ ਆਪਣੀ ਕਰਦੇ ਹੈ ਤੇ ਫਿਰ ਉਹ ਬੇਮੁਖ ਹੈ। ਦਵਾਜਰੇ ਭਾਈ ਗੁਰਦਾਸ ਸਾਹਿਬ ਨੇ ਬੜੇ ਸਿੱਖ ਲਿਖੇ ਨੇ, ਵੀ ਇੱਕ ਦਵਾਜਰੇ ਸਿੱਖ ਵੀ ਹੈ, ਇੱਕ ਐਸੇ ਵੀ ਸਿੱਖ ਹੈ, ਇੱਕ ਐਸੇ ਵੀ ਸਿੱਖ ਹੈ। ਤਾਂ ਸਿੱਖ ਜਿਵੇਂ ਖਾਲਸੇ, ਹੁਣ ਕਈ ਖਾਲਸੇ ਬਹੁਤ ਹੈ ਕਿ ਉਹੀ ਆਪਣੇ ਕੋਈ ਨਾ ਕੋਈ ਰਹਿਤ ਵੈਤ ਨਾ ਅੰਮ੍ਰਿਤ ਛਕਿਆ ਜਾਂ ਹੋਰ ਸੀ, ਉਹ ਵੀ ਆਪਣੇ ਨਾਂ ਖਾਲਸਾ ਲਿਖਾ ਦਿੰਦੇ। ਇਹ ਖਾਲਸਾ ਹੈ। ਆਪਣੇ ਵੀ ਇਸ ਸੰਪਰਦਾ ਦੇ ਵਿੱਚ ਵੀ ਉਹ ਜਿਹੜੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਤੋਂ ਪੜ੍ਹੇ ਨੇ। ਇੱਕ ਤਾਂ ਕਵੀ ਹੁੰਦੇ, ਉਹ ਆਪਣਾ ਤਖੱਲਸ ਰੱਖ ਲੈਂਦੇ ਆ ਜਾਂ ਨਾਮ ਰੱਖ ਲੈਂਦੇ ਆ ਵੀ ਉਸ ਦੇ ਨਾਲ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਹ ਆਪਣਾ ਨਾਨਕ ਨਾਮ ਹੀ ਰੱਖਿਆ ਕਾਵ ਰਚਨਾ ਦੇ ਵਿੱਚ। ਤੇ ਉਹ ਕਾਵ ਕਵੀ ਵੀ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਤੇ ਉਹਨਾਂ ਨੇ ਫਿਰ ਕਵਿਤਾ ਦੇ ਵਿੱਚ ਉਹ ਆਪਣਾ ਖਾਲਸਾ ਰੱਖ ਲਿਆ। ਰਹਿਤ ਵੈਤ ਦੇ ਵਿੱਚ ਹਰੇਕ ਚੀਜ਼ ਰਹਿਣਾ ਤੇ ਉਸ ਤਰ੍ਹਾਂ ਦੇ। ਪਰ ਇਹ ਚੀਜ਼ ਚੱਲ ਪਈ, ਉਹਨਾਂ ਨੇ ਤਾਂ ਰੱਖ ਹੀ ਰੱਖ ਲਿਆ। ਜਿਹੜੇ ਸਾਡੇ ਪਿੱਛੋਂ ਚੱਲ ਪਏ ਉਹ ਕਹਿੰਦੇ ਮੈਂ ਵੀ ਖਾਲਸਾ, ਉਹ ਵੀ ਨਾਲ ਖਾਲਸਾ, ਨਾਲ ਉਹ ਵੀ ਖਾਲਸਾ, ਉਹ ਵੀ ਖਾਲਸਾ। ਪਹਿਲਾਂ ਸੋਚਦਾ ਸੀ ਖਾਲਸ ਹੋ ਤਾਂ ਗਿਆ, ਚਲੋ ਖਾਲਸ ਦਾ ਰੱਬ ਹੀ ਆ, ਅੱਗੇ ਤੋਂ ਅੱਗੇ ਗੁਰੂ ਆ, ਸ਼ਾਹਪਾਦਕ ਖਾਲਸਾ ਹੈ, ਨਿਰਉਪਾਦਕ ਹੈ। ਚੱਲ ਤੂੰ ਆਪਣੇ ਇੰਨਾ ਤਾਂ ਸਮਝ ਵੀ ਮੈਂ ਉਹਨਾਂ ਵਰਗਾ ਹੋ ਗਿਆ। ਜਦ ਤੈਨੂੰ ਉਹਨਾਂ ਨੇ ਕਿਹਾ ਵੀ ਕਹਿੰਦੇ ਜੀ ਸਾਨੂੰ ਪੱਗ ਦਿੱਤੀ ਜੀ ਆ ਪਦਵੀ ਦਿੱਤੀ, ਉਹਨਾਂ ਨੇ ਕਿਹਾ ਵੀ ਤੂੰ ਖਾਲਸਾ ਵੇ, ਤੂੰ ਰੱਖ ਲਈ ਇਹ। ਇਹ ਕਈ ਖਾਲਸੇ ਰੱਖੀ ਜਾਂਦੇ ਨੇ। ਸੋ ਇਹ ਹੈਗੇ ਸੰਸਾਰ ਦੀ ਰੀਤੀ। ਇਹਨਾਂ ਚੀਜ਼ਾਂ ਦੇ ਵਿੱਚ ਇਹ ਸਭ ਅਟਕਾਂ ਨੇ। ਭਗਤੀ ਨਹੀਂ ਹੈ, ਇਹ ਸ਼ਕਤੀ ਹੈ, ਸ਼ਕਤੀ ਦਾ ਹੰਕਾਰ ਹੈ। ਸ਼ਕਤੀ ਵੀ ਝੂਠੀ ਹੈ। ਜੋ ਦੋਹਾਂ ਚੀਜ਼ਾਂ ਤੋਂ ਰਹਿ ਹੋਏ
ਸੋ ਚੰਗੇ ਭਾਗ ਹੋਣਗੇ ਜਿਹੜੇ ਕੋਈ ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਵੀ ਜਿਵੇਂ ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਸਿੱਖਿਆ ਦਾ ਮੰਨਣ ਜਾਂ ਗੁਣ ਧਾਰੇ ਉਹਨਾਂ ਦੇ ਧਾਰਨ ਦੀ ਕੋਸ਼ਿਸ਼ ਕਰੀਏ। ਬਾਹਰੀ ਕੇਵਲ ਲਿਫਾਫੇ ਵਾਂਗੂ ਨਾ ਉੱਥੇ ਬੋਰ ਲਾ ਰੱਖੀਏ ਵੀ ਉਹ ਖਾਲਸਾ ਤੇ ਮੈਂ ਵੀ ਖਾਲਸਾ, ਦੁਨੀਆ ਕਹਿਣ ਹਾਂ ਖਾਲਸਾ ਹੀ ਹੈ। ਸੋ ਇਹ ਵਿਚਾਰ ਸ਼ਬਦ ਬਿਰਤੀ ਤੋਂ ਚੱਲੀ ਸੀ। ਸ਼ਬਦ ਬਿਰਤੀ ਦਾ ਮਤਲਬ ਹੈ ਉਹ ਤਾਂ ਸ਼ਬਦ ਬਿਰਤੀ ਦਾ ਪਦ ਅਰਥ ਸੰਬੰਧੋ ਹੀ, ਪਦ ਅਰਥ ਸੰਬੰਧੋ ਹੀ ਬਿਰਤੀ, ਪਦ ਅਰਥ ਪਰੰਪਰਾ ਸੰਬੰਧੋ ਹੀ ਲਕਸ਼ਣ, ਪਦ ਅਰਥ ਸਾਖਿਆਤ ਸੰਬੰਧੋ ਹੀ ਸ਼ਕ, ਸ਼ਕਤੀ ਬਿਰਤੀ। ਉਹਦੇ ਅੱਗੇ ਭੇਦ ਨੇ ਬਹੁਤ ਸਾਰੇ, ਕਿਉਂਕਿ ਕਹਿੰਦੇ ਅਰਥਾਂ ਦਾ ਬੋਧ ਸਿਖਾਉਂਦੇ ਇੱਥੇ, ਇਸ ਕਰਕੇ ਗੁਰਬਾਣੀ ਦੇ ਅਰਥਾਂ ਦੇ ਵੀ ਵਿਚਾਰ ਇਹ ਤਾਂ ਸਭ ਤੋਂ ਫਿਰ ਸ਼੍ਰੋਮਣੀ ਹੈ। ਔਰ ਇਸ ਦੇ ਵਿੱਚ ਫਿਰ ਹੁਣ 12 ਮਹੀਨੇ ਆ ਜਾਈਏ। ਇਹਦੇ ਵਿੱਚ ਅੱਗੇ ਕਾਵਿ ਰਚਨਾ ਦੇ ਵਿੱਚ ਉਹਨੂੰ ਭੂਸ਼ਿਤ ਕਰਨ ਵਾਸਤੇ, ਜੈਸੇ ਕੋਈ ਵੀ ਵਿਅਕਤੀ ਆਪਣੇ ਸਰੀਰ ਨੂੰ ਭੂਸ਼ਿਤ ਕਰਨ ਵਾਸਤੇ, ਆਪਣੀ ਕਾਇਆ ਨੂੰ ਭੂਸ਼ਿਤ ਕਰਨ ਵਾਸਤੇ ਕੱਪੜੇ ਚੰਗੇ ਪਾਉਂਦਾ ਹੈ, ਮੈਂ ਸੋਹਣਾ ਲੱਗਾ, ਫਿਰ ਉਹ ਤੋਂ ਅੱਗੇ ਕੋਈ ਗਹਿਣੇ ਪਾਉਂਦਾ ਹੈ। ਇੱਥੇ ਵੀ ਆਏ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜੀਆ, ਉਹ ਨਹੀਂ ਕਿਤੇ ਰਤਨ ਜਵਾਹਰ ਜਿਹੜੇ ਹੀਰੇ ਵੀ ਉਹਨਾਂ ਦੇ ਗਲ ਵਿੱਚ ਪਾਏ ਹੋਏ ਨਹੀਂ ਗੁਰਮੁਖਾਂ ਦੇ, ਇਹ ਅਰਥ ਨਹੀਂ ਹੈ ਉਹਦਾ। ਵੀ ਅਸੀਂ ਭਾਜੀ ਕਈ ਬਾਹਰਲੀਆਂ ਚੀਜ਼ਾਂ ਨੂੰ ਲੈ ਕੇ ਮਹਾਰਾਜ ਨੇ ਜੋ ਇਉਂ ਕਿਹਾ, ਇਸ ਕਰਕੇ ਪਾਓ ਗਹਿਣੇ। ਉਹ ਮੂਰਖ ਅੰਧ ਗਿਆਨ, ਉਹਨਾਂ ਦਾ ਮਾਨ ਗੁਰੂ ਨਾਨਕ ਸਾਹਿਬ ਨੇ, ਉਹ ਤਾਂ ਬੇਸਮਝ ਲੋਕ ਨੇ ਤੇ ਉਹਨਾਂ ਦਾ ਗਿਆਨ ਵੀ ਆਪ ਹੀ ਅੰਨੇ ਨੇ, ਉਹਨਾਂ ਨੂੰ ਕੋਈ ਸੂਝ ਬੂਝ ਜਾਂ ਸ਼ਰਧਾ ਪ੍ਰੇਮ ਭਾਵਨਾ ਨਹੀਂ ਹੈ, ਤੇ ਉਹਨਾਂ ਦਾ ਗਿਆਨ ਵੀ ਅੰਨੇ ਰਾਹ ਪਾਉਣ ਵਾਲਾ ਹੈ। ਨਾਨਕ ਨਦਰੀ ਬਾਹਰੇ ਕਵੈ ਨ ਪਾਵੇ ਮਾਨ, ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਉਹ ਮਾਨ ਸਤਿਕਾਰ ਪਾ ਸਕਦੇ, ਜਾਂ ਅੰਦਰ ਉਸ ਦਾ ਮੰਨਣ ਨਹੀਂ ਪਾ ਸਕਦੇ। ਸੋ ਇਹ 12 ਮਾਹ ਦਾ ਜਿਹੜਾ ਪਾਠ ਹੈ, ਤੇ ਉਹ ਜਿਹੜੀ ਦੂਸਰੀ ਬਿਰਤੀ ਹੈ ਉਹ ਤਾਂ ਹੈ ਅਵਿਦਿਆ ਜਾਂ ਅੰਤਸ਼ਕਰਨ ਦਾ ਗਿਆਨ ਰੂਪ ਪ੍ਰਣਾਮ ਬਿਰਤੀ ਗਈ ਹੈ। ਜਿਹੜੀ ਅਵਿਦਿਆ ਹੈ ਤੇ ਜਾਂ ਅੰਤਕਰਨ ਹੈ, ਉਸ ਦਾ ਗਿਆਨ ਰੂਪ ਪ੍ਰਣਾਮ, ਉਹਦੀ ਬਦਲ। ਉਹ ਅੱਗੇ 2 ਪ੍ਰਕਾਰ ਦੀ, ਪਰਮਾ ਅਪਰਮਾ। ਉਹਦੇ ਚ ਫਿਰ ਪਰਮਾ ਦੇ ਭੇਦ ਕਿਹੜੀ ਹੋ ਸਕਦੀ ਹੈ, ਉਹਦੇ ਅਪਰਮਾ ਕਿਹੜੀ ਹੈ, ਉਹ ਨਿਕਸ਼ਿਤ ਚਲੇ ਅਪਾਰ। ਜਿਵੇਂ ਗੁਰੂ ਗੋਬਿੰਦ ਸਾਹਿਬ ਜੀ ਨੇ ਸ਼ਸਤਰ ਨਾਮ ਮਾਲਾ ਲਿਖੀ ਹੈ, ਕਹਿੰਦੇ ਇਸ ਤਰ੍ਹਾਂ ਸ਼ਸਤਰਾਂ ਦੇ ਭੇਦ ਨਾਮ ਜੰਗਾਂ ਯੁੱਧਾਂ ਵਿੱਚ ਰੱਖੇ ਜਾਂਦੇ ਵੀ ਵੈਰੀ ਨੂੰ ਪਤਾ ਨਾ ਲੱਗੇ ਵੀ ਆਹ ਚੀਜ਼ ਭੇਜ ਦਿਓ। ਤੇ ਉਸ ਤਰੀਕੇ ਦੇ ਨਾਲ ਮਹਾਰਾਜ ਨੇ ਕਿਹਾ ਵੀ ਨਿਕਸ਼ਿਤ ਚਲੇ ਅਪਾਰ, ਜਿਵੇਂ ਵਿਦਵਾਨ ਅੱਗੇ ਤੋਂ ਅੱਗੇ ਬਹੁਤ ਹੈ। ਇਸ ਕਰਕੇ ਸ਼ਸਤਰਾਂ ਦਾ ਵੀ, ਸ਼ਸਤਰਾਂ ਤੋਂ ਬਿਨਾਂ ਔਰ ਸ਼ਸਤਰਾਂ ਦੇ ਅਭਿਆਸ ਤੋਂ ਬਿਨਾਂ ਤੇ ਲੋਕ ਜਿਹੜੇ ਨੇ ਉਹ ਦਬਾ ਲੈਣਗੇ ਕਲਯੁਗ ਦੇ ਵਿੱਚ ਤਾਂ ਖਾਸ ਕਰਕੇ। ਇਸ ਤਰ੍ਹਾਂ ਜੇ ਬਾਣੀ ਨਾਮ ਤੋਂ ਬਿਨਾਂ ਇਹਦੇ ਵਕਾਰ ਦਬਾ ਲੈਣਗੇ। ਇਸ ਕਰਕੇ ਅਖੀਰ ਤੇ ਮਹਾਰਾਜ ਨੇ ਕਿਹਾ ਵੀ ਖਾਲਸਾ ਜੀ ਲਓ ਸੁਣ ਲਓ, ਗੁਰਬਾਣੀ ਦਾ ਤੇ ਸ਼ਸਤਰਾਂ ਦਾ ਅਭਿਆਸ ਰੱਖਣਾ, ਹਮੇਸ਼ਾ ਅਭਿਆਸ ਰੱਖਣਾ, ਫਿਰ ਹੀ ਤੁਸੀਂ ਕਾਮਯਾਬ ਹੋਵੋਗੇ। ਫਿਰ ਇੱਕ ਰਹੋ, ਫਿਰ ਨਹੀਂ ਤੁਹਾਨੂੰ ਕੋਈ ਜਿੱਤ ਸਕਦਾ। ਸੋ ਇਹਦੇ ਵਿੱਚ
ਉਹ ਭੂਸ਼ਿਤ ਕਰਨ ਵਾਸਤੇ ਵਿਦਵਤਾ ਨੂੰ, ਕਾਵ ਰਚਨਾ ਨੂੰ ਭੂਸ਼ਿਤ ਕਰਨ ਵਾਸਤੇ ਉਸ ਦੇ ਵਿੱਚ ਅਲੰਕਾਰ ਹੁੰਦੇ ਹੈ। ਅਲੰਕਾਰ ਵੀ ਭੂਸ਼ਣ ਨੂੰ ਗਹਿਣੇ ਨੂੰ ਕਹਿ ਦਿੰਦੇ ਹੈ। ਉਹਨੂੰ ਭੂਸ਼ਿਤ ਕਰਦੀ ਉਹ ਬਹੁਤ ਹੀ ਪ੍ਰਕਾਰ ਦੇ, ਅਨੇਕਾਂ ਪ੍ਰਕਾਰ ਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਬਹੁਤ ਅਲੰਕਾਰ ਰੱਖੇ ਹੋਏ ਨੇ। ਇਸ ਦੇ ਵਿੱਚੋਂ ਇੱਕ ਜਿਹੜਾ ਹੈ ਬਹੁਤ ਜ਼ਿਆਦਾ ਕਰਕੇ ਇਹ ਪਤੀ ਤੇ ਸਤੀ ਦੇ ਰੂਪ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਉਚਾਰਨ ਕੀਤਾ ਹੈ। ਕਿਉਂਕਿ ਵਾਹਿਗੁਰੂ ਦਾ ਤਾਂ ਰੂਪ ਰੰਗ ਰੇਖ ਹੈ ਨਹੀਂ, ਫਿਰ ਉਹਦਾ ਸਮਝਣਾ ਤਾਂ ਬੜਾ ਔਖਾ ਹੈ। ਇਸ ਕਰਕੇ ਪਹਿਲਾਂ ਸਾਡੀ ਬਿਰਤੀ ਸੰਸਾਰਾਕਾਰ ਹੈ। ਇੱਥੇ ਜਿਹੜੀਆਂ ਚੀਜ਼ਾਂ ਵਰਤਦੇ ਹਨ ਉਹਨਾਂ ਵਿੱਚ ਪ੍ਰਵੇਸ਼ ਹਾਂ, ਉਹ ਪਹਿਲਾਂ ਸਮਝਾਂਗੇ, ਫਿਰ ਕਹਾਂਗੇ ਵੀ ਹਾਂ ਵਾਹਿਗੁਰੂ ਇਉਂ ਹੈ। ਪਹਿਲਾਂ ਤਾਂ ਹੋ ਹੀ ਨਹੀਂ ਸਕਦਾ, ਸਮਝ ਹੀ ਨਹੀਂ ਆਉਂਦੀ। ਇਸ ਕਰਕੇ ਪਤੀ ਤੇ ਸਤੀ ਦਾ ਜਿਹੜਾ ਸੰਬੰਧ ਹੈ ਇਹ ਧਾਰਮਿਕ ਨਿਰੋਲ ਪਕਸ਼ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੈ। ਔਰ ਇਸ ਦੇ ਨਾਲ ਧਰਮ ਜਿਹਨੂੰ ਕਹਿੰਦੇ ਹੈ ਤੇ ਦੂਸਰੀ ਭਗਤੀ। ਇਹ ਬਾਹਰ ਜਿਸ ਤਰ੍ਹਾਂ ਆਪਾਂ ਪਤੀ ਤੇ ਸਤੀ ਮਿਲ ਕੇ ਰਹਿੰਦੇ ਆ ਵਿਚਾਰ ਦੇ ਨਾਲ ਸ੍ਰੇਸ਼ਟ, ਤੇ ਘਰਾਂ ਦੇ ਵਿੱਚ ਸੁਖ ਮਾਣਦੇ ਆ, ਪਰਿਵਾਰ ਹੁੰਦਾ ਹੈ, ਸ੍ਰੇਸ਼ਟ ਸਤਿਕਾਰ ਹੁੰਦਾ ਹੈ। ਜੇ ਸ੍ਰੇਸ਼ਟਤਾਈ ਦੇ ਵਿੱਚ ਰਹੀਏ, ਠੀਕ ਪਤੀ ਆਪਣੇ ਤੇ ਸਤੀ ਆਪਣੇ ਸਿੱਖਿਆ ਅਨੁਸਾਰ। ਤੇ ਗੁਰਮਤਿ ਦੇ ਵਿੱਚ ਤਾਂ ਦੋਹਾਂ ਨੂੰ ਇੱਕੋ ਹੀ ਸਿੱਖਿਆ ਹੈ। ਪੁਰਸ਼ ਤੇ ਇਸਤਰੀ ਨੂੰ ਦੋਨੋਂ ਹੀ ਉਸ ਦੀ ਕਮਾਈ ਕਰਨ, ਆਪਣੀ ਮਰਜ਼ੀ ਨਹੀਂ ਕਰਨੀ। ਨਹੀਂ ਤਾਂ ਇਸਤਰੀਆਂ ਦੇ ਤੂੰ ਆਪਣੀ ਮਰਜ਼ੀ ਕਰਦਾ ਹੋਗੇ, ਤੂੰ ਆਪਣੀ ਮਰਜ਼ੀ ਕਰਦੇ, ਤਲਾਕ ਦੇ ਦਿਓ ਨਾ। ਦੋਨੋਂ ਹੀ ਗੁਰੂ ਕੀ ਸਿੱਖਿਆ, ਉਸ ਦੇ ਆਗਿਆਕਾਰ ਬਣਨਾ ਹੈ, ਉਸ ਦੇ ਨਾਲ ਮੰਨਣਾ ਹੈ। ਤੇ ਇਹ ਬਾਹਰਲੀ ਇੱਕ ਚੀਜ਼ ਹੈ। ਇਸ ਤਰ੍ਹਾਂ ਜਿਹੜੇ ਸ੍ਰੇਸ਼ਟ ਗੁਣ ਹੈ ਭਗਤੀ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੇ, ਉਹ ਆਪਣੇ ਪ੍ਰੋਕਸ਼ ਗਿਆਨ ਹੈ, ਗਿਆਨ ਹੈ। ਇਹ ਸਾਰੇ ਜਿਹੜੇ ਇਹ ਸੰਤਾਨ ਹੈ ਗੁਰਮੁਖਾਂ ਦੀ ਸ੍ਰੇਸ਼ਟ। ਤੇ ਇਸ ਦੇ ਨਾਲ ਫਿਰ ਜਿਵੇਂ ਆਪਣੇ ਧਾਰਮਿਕ ਰੀਤੀ ਦੇ ਅਨੁਸਾਰ ਮਾਤਾ ਪਿਤਾ ਦੋਵਾਂ ਪਾਸਿਆਂ ਦੇ ਉਸ ਦੇ ਨਾਲ ਆਪਣੇ ਸੰਬੰਧ ਕਰ ਦਿੰਦੇ ਹੈ। ਉਹ ਮਾਪਿਆਂ ਦੇ ਵਿੱਚ ਵੀ ਸਹੁਰਿਆਂ ਦੇ ਵਿੱਚ ਵੀ ਸਤਿਕਾਰ ਪਾਉਂਦੀਆਂ ਬੀਬੀਆਂ, ਉਹ ਗੁਰਮੁਖ ਵੀ ਜਿਹੜੇ ਨੇ ਉਹ ਵੀ ਸਤਿਕਾਰ ਪਾਉਂਦੇ ਹੈ। ਜੇ ਉਹ ਸਿੱਖਿਆ ਨੂੰ ਛੱਡ ਕੇ ਜਿਹੜਾ ਕਹਿੰਦਾ ਮੈਂ ਪਤੀ ਹਾਂ ਜਾਂ ਉਹ ਹੋਰ ਪਾਸੇ ਜਾਵੇ, ਉਹ ਵੀ ਉਸਦਾ ਵੀ ਬਹੁਤ ਬੁਰਾ ਹਸ਼ਰ ਹੁੰਦਾ ਹੈ। ਜੇ ਇਸਤਰੀ ਜਾਵੇ ਤਾਂ ਉਸਨੂੰ ਵੀ ਬਹੁਤ ਮਾੜਾ ਸਮਝਿਆ ਜਾਂਦਾ ਹੈ। ਇਸੇ ਰੂਪਕ ਦੁਆਰਾ ਔਰ ਫਿਰ ਇਹ ਸਭ ਤੋਂ ਵੱਡਾ ਸੰਸਾਰਿਕ ਸੁਖ ਸੰਬੰਧ ਦਾ, ਸਪਰਸ਼ ਦਾ ਗਿਣਿਆ ਜਾਂਦਾ ਹੈ। ਇਸ ਦੇ ਵਿੱਚ ਤੁਸੀਂ ਪ੍ਰਵਿਰਤ ਹੋਵੋ। ਤੇ ਇੱਕ ਬਾਹਰਲੀ ਇਹ ਚੀਜ਼ ਹੈ, ਹੋਰ ਜਿਹੜੀਆਂ ਨੇ ਇਹਨਾਂ ਨੂੰ ਫੇਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਜਿਹੜੀ ਹੈ, ਜੇ ਤੁਸੀਂ ਉਹਦੇ ਨਾਲ ਨੇੜੇ ਹੋਵੋਗੇ, ਉਹਦੀ ਸਿਮਰਨ ਦੇ ਨਾਲ ਨੇੜੇ ਹੋਣਾ ਪਊਗਾ। ਕਿਉਂ ਜਦੋਂ ਅਸੀਂ ਚੇਤੇ ਕਰਦੇ ਹਾਂ ਤੇ ਕਿਸੇ ਨੂੰ ਉਹਦੀ ਫਿਰ ਯਾਦ ਆਉਂਦੀ ਹੈ। ਤੇ ਵਾਹਿਗੁਰੂ ਪਰਮੇਸ਼ਰ ਤਾਂ ਸਭ ਥਾਂ ਦੇ ਵਿੱਚ ਹੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਤੇ ਉਹ ਕਰਦਿਆਂ ਹੋਇਆਂ ਜਿਸ ਵੇਲੇ ਮਨ ਉਜਲ ਹੋ ਗਏ, ਹੋਰ ਵਾਸ਼ਨਾ ਹਟ ਗਈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਪੜੋ ਜੀ। ਮੰਗਿਰ ਬਾਹੇ ਸਹੰਦੀਆ ਹਰ ਪਿਰ ਸੰਗ ਬੈਠੜੀਆ। ਇਹ ਸਾਰਾ ਹੈ ਹੋਰ ਗੁਰਬਾਣੀ ਦੇ ਵਿੱਚ ਵੀ। ਔਰ 12 ਮਾਹਾਂ ਤਾਂ ਉਹ ਜਿਹੜਾ ਤੁਖਾਰੀ ਦਾ 12 ਮਾਹਾਂ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਉਹਦੇ ਬਹੁਤ ਕਠਿਨ ਪਦ ਨੇ ਤੇ ਉਸ ਦੇ ਵਿੱਚ ਅਲੰਕਾਰ ਬਹੁਤ ਨੇ। ਵਿਦਵਾਨ ਵੀ ਉਹਨੂੰ ਮਸਾਂ ਸਮਝਦੇ ਹੈ, ਬੜੀ ਕਠਿਨਾਈ ਨਾਲ। ਇਸ ਵਾਲੇ ਰੂਪ ਦੇ ਵਿੱਚ ਉਚਾਰਨ ਕੀਤਾ ਹੈ ਭਾਵ ਉਹੀ ਨੇ।